श्री नानक अंगद गुरु अमरदास पगबंद रामदास अर्जन गुरु बर श्री हरगोबिंद। हरि राय हर कृष्ण गुर बर तेग बहादुर चंद। दसवें गोबिंद सिंह गुर नमो चरण अरविंद। जिसमें है अमृत ज्ञान है माणक भगत बैराग। श्री गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर धार। श्री गुर शब्द कमाए जिन जीते पंच तिन संतन को बंदना सिर चरणन पर धार। एक ओंकारा सतगुरु तेह प्रसाद सच होए। वाहेगुरु जी की फतेह विघ्न विनाशन सोए। एक ओंकारा सतगुरु तेह प्रसाद सच होए। वाहेगुरु जी की फतेह विघ्न विनाशन सोए। धन धन सतगुरु गरीब नवाज दी दुनिया दे मालक चबर छत्र तखत दे मालक समर्थ गुरु परतख गुरु दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख जी का सरगुण स्वरूप सतगुरु जी धन धन श्री गुरु ग्रंथ साहिब जी महाराज। बड़े ही प्यार नाल सारी संगत दोवें हथ जोड़ के सिर निभा के गज के उचारण करो जी धन धन श्री गुरु ग्रंथ साहिब जी महाराज। 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 सतगुरु जी की महान पवित्र पावन हाजरी विखे सुभाएमान सतगुरु जी की प्यारी साजी निवाजी संगत जी। सतगुरु जी ने आपां सारिਆਂ उत्ते किरपा कीती है बख्शिश कीती है अपनी हाजरी दे विच बैठण दा। गुरबाणी जी का अमृतमयी कीर्तन सरवण करन दा, दर्शन करन दा, संगत करन दा, कथा सुनन दा मौका गुरु जी ने मेहर करके साडे बख्शिश कीता है। कुछ समा आपां लड़ीवार कथा जो महापुरखों का हुक्म होया वो विचार करांगे। जेड़े सिंह पिछे बैठे है बेनती है अगे अगे हो के आके बैठ जाओ भाई। बाबा जी ने भी आके इहो कहना हुंदा अगे सारी थां खाली पई है ते अगे अगे हो के बैठो। जिहड़ी कथा है ना ये साध संगत जी सरोते ऐन सामने बैठे हों फिर कथा का आनंद रस जिहड़ा है ना वो सुनने वाले नूं भी आउंदा है ते वक्ते नूं भी प्राप्त हुंदा है। प्यार नाल गज के आओ सारे फतेह बुलाइए। वाहिगुरू जी का खालसा
ਵਾਹਿਗੁਰੂ ਜੀ ਕੀ ਫਤਿਹ। ਫਿਰ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਮਹਾਨ ਪਵਿੱਤਰ ਕਥਾ, ਜਿਵੇਂ ਸਤਿਗੁਰੂ ਜੀ ਨੇ ਆਗਮਨ ਧਾਰਨ ਕੀਤਾ, ਜਿਵੇਂ ਜਿਵੇਂ ਬਖਸ਼ਿਸ਼ਾਂ ਵਰਤੀਆਂ ਨੇ, ਉਹ ਕਥਾ ਆਪ ਜੀ ਨੇ ਸਾਧ ਸੰਗਤ ਦੀ ਸਰਵਣ ਕੀਤੀ ਹੈ। ਸਤਿਗੁਰੂ ਜੀ ਦਾ ਆਗਮਨ ਹੋਇਆ। ਮਹਾਰਾਜ ਜੀ ਦੇ ਪਿਤਾ ਜੀ ਨੇ ਇੱਕ ਸੇਵਕ ਉਸ ਸਮੇਂ ਦੇ ਪੰਡਤ ਹਰਦਿਆਲ ਜੀ ਉਹਨਾਂ ਦੇ ਘਰ ਵਿੱਚ ਭੇਜਿਆ। ਉਹਨੇ ਜਾ ਦਰਵਾਜ਼ਾ ਖੜਕਾਇਆ। ਹਰਦਿਆਲ ਜੀ ਪੁੱਛਦੇ ਹੈ ਵੀ ਕੌਣ ਹੈ। ਉਹਨੇ ਦੱਸਿਆ ਵੀ ਮੈਂ ਮਹਿਤਾ ਕਾਲੂ ਜੀ ਦਾ ਭੇਜਿਆ ਹੋਇਆ ਆ। ਦਰਵਾਜ਼ਾ ਖੋਲ੍ਹਿਆ, ਪੁੱਛਿਆ, ਕਹਿਣ ਲੱਗੇ ਜੀ ਤੁਹਾਨੂੰ ਮਹਿਤਾ ਕਾਲੂ ਜੀ ਨੇ ਸੱਦਿਆ, ਉਹਨਾਂ ਦੇ ਘਰ ਵਿੱਚ ਪੁੱਤਰ ਦਾ ਜਨਮ ਹੋਇਆ। ਆਮ ਲੋਕ ਤਾਂ ਇਹੋ ਹੀ ਕਹਿਣਗੇ ਵੀ ਪੁੱਤਰ ਦਾ ਜਨਮ ਹੋਇਆ, ਪਰ ਤੱਤ ਵਾਲੀ ਜਿਹੜੀ ਗੱਲ ਹੈ ਵੀ ਕੌਣ ਆਇਆ ਧਰਤੀ ਤੇ, ਇਹ ਤੇ ਸਾਧ ਸੰਗਤ ਜੀ ਬੰਦਗੀ ਵਾਲੇ ਪੁਰਸ਼ ਹੀ ਜਾਣਦੇ ਹੈ। ਉਦੋਂ ਘਰ ਦਾ ਮਾਹੌਲ ਸੀ ਐਸਾ, ਗੁਰੂ ਸਾਹਿਬ ਜੀ ਦੀ ਐਸੇ ਸ਼ਬਦ ਵਰਤਦੇ ਆ। ਹਰਦਿਆਲ ਜੀ ਬੜੇ ਨੇਮੀ ਨੇ, ਪ੍ਰੇਮੀ ਨੇ, ਭਜਨ ਕਰਨ ਵਾਲੇ ਹੈ, ਆਮ ਪੁਰਸ਼ ਨਹੀਂ ਹੈ। ਤੁਸੀਂ ਇੱਕ ਗੱਲ ਦਾ ਅੰਦਾਜ਼ਾ ਲਾਓ, ਹਰਦਿਆਲ ਜੀ ਦੇ ਕੋਈ ਛੋਟੇ ਭਾਗ ਨੇ, ਕੋਈ ਐਵੇਂ ਹੀ ਕਿਸਮਤ ਹੈ ਉਹਨਾਂ ਦੀ, ਜਿਹੜਾ ਉਹਨਾਂ ਨੇ ਸਮਰੱਥ ਗੁਰੂ ਜੀ ਦੇ ਸਾਧ ਸੰਗਤ ਦੀ ਖੁੱਲ੍ਹੇ ਦਰਸ਼ਨ ਦੀਦਾਰੇ ਕੀਤੇ, ਨੇੜਿਓਂ ਹੋ ਕੇ ਦਰਸ਼ਨ ਕੀਤੇ ਆ। ਤੁਸੀਂ ਅੰਦਾਜ਼ਾ ਲਾਓ ਪੰਡਿਤ ਹਰਦਿਆਲ ਜੀ ਦੇ ਕਿੰਨੇ ਵੱਡੇ ਭਾਗ ਹੋਣਗੇ। ਬੜੇ ਨੇਮ ਤੇ ਪ੍ਰੇਮ ਵਾਲੇ ਹੈ। ਕਹਿਣ ਲੱਗੇ ਤੂੰ ਜਾ ਭਾਈ, ਮੇਰਾ ਨਿਤਨੇਮ ਦਾ ਸਮਾਂ ਹੈ, ਮੈਂ ਪੂਜਾ ਪਾਠ ਕਰਕੇ ਫੇਰ ਆਵਾਂਗਾ। ਪ੍ਰੋਹਿਤ ਹਰਦਿਆਲ ਜੀ ਆਏ ਆ, ਘਰ ਵਿੱਚ ਆਏ ਆ, ਨਿਤਨੇਮ ਤੋਂ ਬਾਅਦ ਆਏ ਆ, ਆ ਕੇ ਵਿਹੜੇ ਵਿੱਚ ਬੈਠੇ ਆ। ਜੋ ਉਸ ਵਿਹੜੇ ਦਾ ਦ੍ਰਿਸ਼ ਸੀ ਗੁਰੂ ਨਾਨਕ ਸਾਹਿਬ ਜੀ ਦਾ, ਉਹ ਸਾਧ ਸੰਗਤ ਜੀ ਤੁਸੀਂ ਪਿਛਲੀ ਵਾਰ ਸਰਵਣ ਕੀਤਾ ਸੀ। ਵਿਹੜੇ ਵਿੱਚ ਆ ਕੇ ਬੈਠ ਗਏ, ਬੜੇ ਪ੍ਰੇਮ ਨਾਲ ਪੁੱਛਦੇ ਆ, ਕਹਿੰਦੇ ਆ ਦਾਈ ਨੂੰ ਸੱਦੋ। ਉਹ ਕਿਹੜਾ ਸਮਾਂ ਸੀਗਾ ਜਦੋਂ ਬਾਲਕ ਦਾ ਜਨਮ ਹੋਇਆ, ਬਾਲਕ ਨੇ ਕਿਹੜਾ ਬੋਲ ਬੋਲਿਆ, ਦਾਈ ਨੂੰ ਸੱਦਿਆ ਗਿਆ, ਤੁਸੀਂ ਸਰਵਣ ਕੀਤਾ ਸੀ। ਕਵੀ ਜੀ ਲਿਖਦੇ ਆ, ਸ਼੍ਰੀ ਨਾਨਕ ਕੀ ਦੌਲਤ ਦਾਈ। ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਦਾਈ ਹੈ, ਇਹਦਾ ਨਾਮ ਹੈ ਦੌਲਤਾਂ। ਦੌਲਤਾਂ ਆਈ ਹੈ, ਦੌਲਤਾਂ ਨੇ ਹਰਦਿਆਲ ਜੀ ਨੂੰ ਸਾਰਾ ਪ੍ਰਸੰਗ ਦੱਸਿਆ। ਆਹ ਸਮਾਂ ਸੀਗਾ ਜਦੋਂ ਬਾਲਕ ਦਾ ਜਨਮ ਹੋਇਆ। ਤੇ ਨਾਲ ਹੀ ਪ੍ਰੋਹਿਤ ਜੀ ਪੁੱਛਦੇ ਆ ਵੀ ਬਾਲਕ ਨੇ ਸ਼ਬਦ ਕਿਹੜਾ ਬੋਲਿਆ ਸੀਗਾ ਜਦੋਂ ਜਨਮ ਹੋਇਆ, ਮੁੱਖੋਂ ਅੱਖਰ ਕਿਹੜਾ ਬੋਲਿਆ ਸੀਗਾ। ਤੇ ਸਾਧ ਸੰਗਤ ਦੀ ਦਾਈ ਬੈਰਾਗ 'ਚ ਆ ਗਈ, ਕਹਿਣ ਲੱਗੀ ਇਹੋ ਹੀ ਤੇ ਦੱਸਿਆ ਨਹੀਂ ਜਾ ਸਕਦਾ ਵੀ ਉਹਨਾਂ ਨੇ ਕਿਹੜਾ ਅੱਖਰ ਬੋਲਿਆ। ਉਹ ਫਿਰ ਉਸ ਸਮੇਂ ਜਿਹੜਾ ਸੀ ਨਾ ਭੇਦ ਖੋਲ੍ਹਿਆ ਦਾਈ ਦੌਲਤਾਂ ਨੇ। ਇਹ ਬਚਨ ਮਹਿਤਾ ਕਾਲੂ ਜੀ ਨੂੰ ਵੀ ਨਹੀਂ ਸੀ ਦੱਸਿਆ ਦਾਈ ਦੌਲਤਾਂ ਨੇ। ਉਹਨੇ ਦੱਸਿਆ, ਕਹਿਣ ਲੱਗੀ ਆਮ ਬਾਲਕ ਜਿਹੜੇ ਆ ਉਹ ਰੋਂਦੇ ਹੋਏ ਜਨਮ ਲੈਂਦੇ ਆ। ਬਹੁ ਸਿਸ ਜਨਮੇ ਮਮ ਕਰ ਮਾਹੀ, ਮੇਰੇ ਹੱਥਾਂ ਰਾਹੀਂ ਪਤਾ ਨਹੀਂ ਕਿੰਨੇ ਕੁ ਬਾਲਕਾਂ ਦਾ ਜਨਮ ਹੋਇਆ, ਪਰ ਇਹ ਅਚਰਜ ਕਬ ਪਿਖਿਓ ਨਾਹੀ। ਪ੍ਰੋਹਿਤ ਜੀ, ਜੋ ਇਸ ਵਾਰ ਹੋਇਆ ਨਾ, ਮੈਂ ਬਜ਼ੁਰਗ ਹੋ ਗਈ ਹਾਂ, ਪਰ ਮੈਂ ਇਹ ਕੌਤਕ ਕਦੀ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ। ਪੁੱਛਦੇ ਆ ਵੀ ਹੋਇਆ ਕੀ ਹੈ। ਕਹਿਣ ਲੱਗੇ ਫਿਰ ਸੁਣੋ, ਇਹਨਾਂ ਦੇ ਘਰ ਵਿੱਚ ਜਿਹੜੇ ਪੁੱਤਰ ਦਾ ਜਨਮ ਹੋਇਆ ਨਾ, ਉਹ ਜਨਮ ਸਮੇਂ ਰੋ ਨਹੀਂ ਸੀ ਰਹੇ, ਉਹ ਹੱਸ ਰਹੇ ਸਨ। ਕਹਿਣ ਲੱਗੇ ਮੁਸਕਰਾਉਂਦਿਆਂ ਹੋਇਆਂ ਇਹਨਾਂ ਦੇ ਪੁੱਤਰ ਦਾ ਜਨਮ ਹੋਇਆ। ਕੀ ਮੈਂ ਦੱਸਾਂ ਵੀ ਇਹਨਾਂ ਨੇ ਪਹਿਲਾਂ ਕਿਹੜਾ ਅੱਖਰ ਬੋਲਿਆ, ਇਹਨਾਂ ਦਾ ਪਹਿਲਾ ਸ਼ਬਦ ਕੀ ਸੀ, ਮੈਂ ਕੀ ਦੱਸਾਂ, ਮੇਰੇ ਕੋਲੋਂ ਦੱਸਿਆ ਨਹੀਂ ਜਾ ਸਕਦਾ। ਦਾਈ ਦੌਲਤਾਂ ਕਹਿਣ ਲੱਗੇ ਦੀਰਘ ਨਰ ਜਿਉਂ ਬਿਗਸ ਮਿਲੇ ਹੈ, ਤਿਉਂ ਇਨ ਕੀਨੋ ਸ਼ਬਦ ਭਲੇ ਹੈ। ਪ੍ਰੋਹਿਤ ਜੀ, ਜਿਵੇਂ ਸਿਆਣੇ ਦਾਨੇ ਪੁਰਸ਼
ਇੱਕ ਦੂਜੇ ਨੂੰ ਖੁਸ਼ ਹੋ ਕੇ ਮਿਲਦੇ ਆ ਨਾ, ਇਸੇ ਤਰ੍ਹਾਂ ਇਹ ਮੈਨੂੰ ਮਿਲੇ ਆ, ਬੜੇ ਪਿਆਰ ਨਾਲ ਮਿਲੇ ਆ, ਖੁਸ਼ ਹੋ ਕੇ ਮਿਲੇ ਆ। ਤੇ ਬਹੁਤ ਕੁਝ ਦੱਸਿਆ। ਪ੍ਰੋਹਤ ਹਰਦਿਆਲ ਜੀ ਕਹਿਣ ਲੱਗੇ ਮੈਂ ਦਰਸ਼ਨ ਕਰਨਾ ਚਾਹੁੰਦਾ। ਪਤਾ ਲੱਗ ਗਿਆ ਨਾ ਵੀ ਜਿਸ ਸਮੇਂ ਬਾਲਕ ਦਾ ਜਨਮ ਹੋਇਆ ਹੈ ਉਹ ਸਮਾਂ ਜਿਹੜਾ ਹੈ ਆਮ ਨਹੀਂ ਹੈ। ਖੁਦ ਪਰਮੇਸ਼ਰ ਹੀ ਇਸ ਸਮੇਂ ਧਰਤੀ ਤੇ ਆਉਂਦੇ ਆ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਨੂੰ ਬਾਹਰ ਵਿਹੜੇ ਵਿੱਚ ਲੈ ਕੇ ਆਉਂਦਾ ਗਿਆ। ਮੇਰੇ ਸਤਿਗੁਰੂ ਜੀ ਦੇ ਮੱਥੇ ਦੇ ਦਰਸ਼ਨ ਕੀਤੇ, ਮੇਰੇ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਚਰਨਾਂ ਦੇ ਦਰਸ਼ਨ ਕੀਤੇ। ਤੁਸੀਂ ਸੁਣਿਆ ਹਰਦਿਆਲ ਜੀ ਬਹੁਤ ਸਿਆਣੇ ਹੈ। ਜਦੋਂ ਪਤਾ ਲੱਗਾ ਨਾ ਇਹ ਸਧਾਰਨ ਰੂਹ ਨਹੀਂ ਹੈ, ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਦਰਸ਼ਨ ਕੀਤੇ ਜੀ। ਮਹਾਰਾਜ ਜੀ ਦੇ ਜਿਹੜੇ ਚਰਨ ਸਨ ਨਾ, ਉਹ ਸਾਧ ਸੰਗਤ ਦੀ ਐਨ ਲਾਲ, ਵਿੱਚ ਨੌ ਜਦੋਂ ਦੇਖੇ ਤਾਂ ਇਉਂ ਲੱਗਦਾ ਜਿਵੇਂ ਵਿੱਚ ਪਰਮੇਸ਼ਰ ਨੇ ਮੋਤੀ ਜੜੇ ਹੁੰਦੇ ਆ। ਮਹਾਰਾਜ ਜੀ ਦੇ ਹੱਥਾਂ ਦੇ ਦਰਸ਼ਨ ਕੀਤੇ ਆ। ਸਾਧ ਸੰਗਤ ਜੀ, ਇੱਕ ਹੱਥ ਵਿੱਚ ਛਤਰ ਦਾ ਨਿਸ਼ਾਨ ਬਣਿਆ ਹੋਇਆ, ਇੱਕ ਹੱਥ ਵਿੱਚ ਚੌਰ ਦਾ ਨਿਸ਼ਾਨ ਬਣਿਆ ਹੋਇਆ। ਮਹਾਰਾਜ ਜੀ ਦੇ ਮੱਥੇ ਦੇ ਦਰਸ਼ਨ ਕੀਤੇ ਆ। ਚੌੜਾ ਮੱਥਾ ਹੈ, ਤੇਜ ਪ੍ਰਤਾਪ ਵਾਲਾ ਮੱਥਾ ਹੈ। ਸੱਚੇ ਪਾਤਸ਼ਾਹ ਜੀ ਦੀਆਂ ਨਾਸਕਾਂ ਦੇ ਦਰਸ਼ਨ ਕੀਤੇ ਆ। ਪ੍ਰੋਹਤ ਜੀ ਬਹੁਤ ਸਿਆਣੇ ਨੇ। ਪਤਾ ਉਹਨਾਂ ਨੇ ਕੀ ਕੀਤਾ? ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਨਾ, ਸਤਿਗੁਰੂ ਜੀ ਦੀਆਂ ਬਾਹਾਂ ਭੁਜਾਵਾਂ ਖੋਲ ਕੇ ਅੱਗੇ ਕਰਕੇ ਚੰਗੀ ਤਰ੍ਹਾਂ ਦੇਖੀਆਂ, ਗੋਡਿਆਂ ਤੱਕ ਗੁਰੂ ਨਾਨਕ ਸਾਹਿਬ ਜੀ ਦੇ ਹੱਥ ਜਾਂਦੇ ਆ ਜੀ। ਉਹ ਵੇਖ ਕੇ ਬੜਾ ਹੀ ਪ੍ਰਸੰਨ ਹੋਇਆ। ਨੇਤਰ ਵੇਖੇ, ਮੋਢੇ ਜਿਹੜੇ ਆ ਉਹ ਉੱਚੇ ਹਨ ਤੇ ਬਾਹਾਂ ਜਿਹੜੀਆਂ ਉਹ ਲੰਬੀਆਂ ਨੇ, ਹੱਥ ਬੜੇ ਬਲ ਵਾਲੇ ਨੇ। ਜਦੋਂ ਇਸ ਤਰ੍ਹਾਂ ਵੇਖੇ ਨਾ, ਦਰਸ਼ਨ ਕੀਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਰੇ ਸਰੀਰ ਦੇ, ਪ੍ਰੋਹਤ ਧੰਨ ਧੰਨ ਹੋ ਉੱਠਿਆ। ਕਹਿਣ ਲੱਗਾ ਮੈਂ ਤਾਂ ਕਾਲੂ ਇਹ ਸਧਾਰਨ ਪੁੱਤਰ ਨਹੀਂ ਹੈ। 32 ਲੱਖਣ ਹੁੰਦੇ ਆ ਇੱਕ ਸੋਹਣੇ ਵਿਅਕਤੀ ਦੇ, ਅਵਤਾਰੀ ਪੁਰਸ਼ ਦੇ 32 ਲੱਖਣ ਹੁੰਦੇ ਆ। ਇਹਨਾਂ ਦੇ ਜਿਹੜੇ 32 ਲੱਖਣ ਨੇ ਨਾ, ਉਹ 32 ਦੇ 32 ਪੂਰੇ ਨੇ। ਕਹਿਣ ਲੱਗਾ ਸਾਧ ਸੰਗਤ ਜੀ, ਕਿਸੇ ਦਾ 1 ਲੱਖਣ ਹੁੰਦਾ, ਕਿਸੇ ਦੇ 2 ਲੱਖਣ ਹੁੰਦੇ ਆ, ਕਿਸੇ ਦੇ 3 ਹੁੰਦੇ ਆ, ਪਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 32 ਲੱਖਣ ਹੀ ਜਿਹੜੇ ਆ ਸਰੀਰ ਦੇ, ਉਹ ਪੂਰੇ ਨੇ। ਕਹਿਣ ਲੱਗਾ ਇਹ ਇਤਫਾਕ ਹੈ। ਕਹਿਣ ਲੱਗਾ ਮੈਂ ਪੜ੍ਹਿਆ ਸਮੁੰਦਰਕ ਗ੍ਰੰਥ, 32 ਦੇ 32 ਲੱਖਣ ਕਿਸੇ ਵਿੱਚ ਪੂਰੇ ਨਹੀਂ ਹੁੰਦੇ। ਕਹਿਣ ਲੱਗਾ ਮੈਂ ਤਾਂ ਕਾਲੂ ਤੇਰੇ ਪੁੱਤਰ ਦੇ ਵਿੱਚ 32 ਦੇ 32 ਲੱਖਣ ਨੇ। ਤੇ ਸਾਧ ਸੰਗਤ ਜੀ, ਮਹਿਤਾ ਜੀ ਨੂੰ ਕਿਹਾ ਵੀ ਫਿਰ ਵਾਹਿਗੁਰੂ, ਪ੍ਰੋਹਤ ਹਰਦਿਆਲ ਜੀ ਨੂੰ ਕਿਹਾ ਵੀ ਨਾਮ ਰੱਖ ਦਿਓ। ਤੇ ਪ੍ਰੋਹਤ ਹਰਦਿਆਲ ਜੀ ਕਹਿਣ ਲੱਗੇ ਵੀ ਇਹਨਾਂ ਦਾ ਨਾਮ ਰੱਖਣਾ ਨਾ ਸੌਖਾ ਨਹੀਂ ਹੈ, ਬੜੇ ਵੱਡੇ ਨੇ, ਨਾਮ ਵੀ ਸੋਚ ਸਮਝ ਕੇ ਰੱਖਾਂਗਾ। ਤੇ ਸਾਧ ਸੰਗਤ ਫਿਰ ਆਪ ਜੀ ਨੇ ਸੁਣਿਆ। 12 ਦਿਨ ਪੰਡਤ ਜੀ ਸੋਚਦੇ ਰਹੇ ਆ ਬਾਲਕ ਦਾ ਨਾਮ ਕੀ ਰੱਖਣਾ ਹੈ, ਬਾਲਕ ਦਾ ਨਾਮ ਕੀ ਰੱਖਣਾ। 12 ਦਿਨ ਬਤੀਤ ਗਏ। 13ਵਾਂ ਦਿਨ ਆਇਆ। ਘਰ ਵਿੱਚ 13ਵਾਂ ਮਨਾਇਆ ਜਾਣਾ ਸੀਗਾ। ਤੇ 13ਵੇਂ ਦਿਨ ਨਾ ਅੰਮ੍ਰਿਤ ਵੇਲੇ ਫਿਰ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕੀਤੀ, ਹੇ ਪਰਮੇਸ਼ਰ ਜੀ, ਆਪ ਜੀ ਦਾ ਨਾਮ ਰੱਖਣਾ ਹੈ। ਮਹਾਰਾਜ ਮੈਨੂੰ ਕੋਈ ਸੁਰਤ ਨਹੀਂ ਹੈ, ਮਹਾਰਾਜ ਮੇਰੀ ਬੁੱਧੀ ਇੰਨੀ ਨਹੀਂ ਹੈ, ਆਪ ਕਿਰਪਾ ਕਰੋ। ਪ੍ਰੋਹਤ ਹਰਦਿਆਲ ਜੀ ਦੀ ਸੁਰਤ ਵਿੱਚ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਪ੍ਰਗਟ ਹੋਇਆ ਹੈ। ਉਹਨਾਂ ਨੇ ਫਿਰ ਆ ਕੇ ਨਾਮ ਦੱਸਿਆ ਨਾਨਕ ਦੇਵ। ਅਵਤਾਰੀ ਪੁਰਸ਼ ਪਹਿਲਾਂ ਵੀ ਹੋਏ ਹੈ ਸੰਸਾਰ ਉੱਤੇ, ਅਵਤਾਰੀ ਪੁਰਸ਼ ਪਹਿਲਾਂ ਵੀ ਹੋਏ ਹੈ। ਸ਼੍ਰੀ ਰਾਮ ਚੰਦਰ ਜੀ ਹੈ, ਸ਼੍ਰੀ ਕ੍ਰਿਸ਼ਨ ਜੀ ਹੈ, ਸ਼੍ਰੀ ਵਿਸ਼ਨੂੰ ਜੀ ਹਨ, ਸ਼ਿਵ ਜੀ ਹਨ, ਬ੍ਰਹਮਾ ਜੀ ਹਨ। 24 ਅਵਤਾਰ ਨੇ। ਮੁਸਲਮਾਨਾਂ ਵਿੱਚ ਸਾਧ ਸੰਗਤ ਜੀ ਮੁਹੰਮਦ ਸਾਹਿਬ ਨੇ, ਯੂਸਫ ਹੈ, ਤੇ ਹੋਰ ਵੀ ਬੜੇ ਬੜੇ ਨੇ ਪੈਗੰਬਰ ਮੰਨੇ ਗਏ ਆ, ਅਵਤਾਰ ਹੋਏ ਆ। ਪਰ
ਕਿਸੇ ਵੀ ਅਵਤਾਰ ਤੇ ਪੈਗੰਬਰ ਦੇ ਨਾਲ ਗੁਰੂ ਸ਼ਬਦ ਨਹੀਂ ਲੱਗਾ। ਗੁਰੂ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਹੀ ਲੱਗਾ। ਕਿਉਂ ਲੱਗਾ? ਕਿਉਂਕਿ ਸਾਧ ਸੰਗਤ ਜੀ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਧੁਰੋਂ ਹੀ ਗੁਰੂ ਹਨ। ਮਹਾਰਾਜ ਜੀ ਦੇ ਨਾਮ ਨਾਲ ਫਿਰ ਗੁਰੂ ਸ਼ਬਦ ਲੱਗਾ। ਅੱਜ ਕਥਾ ਵਿੱਚ ਆਏਗਾ ਕਦੋਂ ਫਿਰ ਗੁਰੂ ਸ਼ਬਦ ਲੱਗਾ ਸੀਗਾ, ਉਹ ਤੁਸੀਂ ਸੁਣੋਗੇ। ਨਾਮ ਰੱਖਿਆ ਨਾਨਕ। ਦੇਵ ਦਾ ਅਰਥ ਹੁੰਦਾ ਹੈ ਪ੍ਰਕਾਸ਼ ਰੂਪ। ਜਦੋਂ ਮਹਾਰਾਜ ਦਾ ਨਾਮ ਰੱਖਿਆ ਨਾ ਨਾਨਕ ਦੇਵ, ਤੇ ਪਿਤਾ ਜੀ ਹੋਣਾ ਨੇ ਤਰਕ ਕਰ ਦਿੱਤੀ। ਕਹਿਣ ਲੱਗੇ ਜੀ ਇਹ ਕੈਸਾ ਨਾਮ ਰੱਖ ਦਿੱਤਾ, ਨਾ ਹਿੰਦੂਆਂ ਵਾਲਾ ਨਾ ਤੁਰਕਾਂ ਵਾਲਾ, ਤੇ ਰਲਵਾਂ ਮਿਲਵਾਂ ਜਿਹਾ ਹੀ ਨਾਮ ਰੱਖ ਦਿੱਤਾ ਹੈ। ਤੇ ਪੁਰੋਹਿਤ ਹਰਦਿਆਲ ਜੀ ਫਿਰ ਬੈਰਾਗ ਚ ਆਏ, ਮਹਾਰਾਜ ਜੀ ਦੇ ਪਿਤਾ ਜੀ ਨੂੰ ਕਹਿਣ ਲੱਗੇ ਮਹਿਤਾ ਕਾਲੂ ਤੂੰ ਇਹਨਾਂ ਦੀ ਸਿਫਤ ਨਹੀਂ ਜਾਣਦਾ। ਕਹਿਣ ਲੱਗੇ ਰਾਮ ਕ੍ਰਿਸ਼ਨ ਅਵਤਾਰ ਜੋ ਹਰ ਕਾ, ਮਨ ਹੈ ਹਿੰਦੂ ਨਾ ਮਨ ਹੈ ਤੁਰਕਾ। ਸੰਸਾਰ ਉੱਤੇ ਸ਼੍ਰੀ ਰਾਮ ਚੰਦਰ ਜੀ ਹੋਏ ਹੈ ਹਰੀ ਦੇ ਅਵਤਾਰ, ਕ੍ਰਿਸ਼ਨ ਜੀ ਹੋਏ ਹੈ ਹਰੀ ਪਰਮੇਸ਼ਰ ਦੇ ਅਵਤਾਰ, ਪਰ ਉਹਨਾਂ ਨੂੰ ਹਿੰਦੂ ਮੰਨਦੇ ਆ, ਤੁਰਕ ਨਹੀਂ ਮੰਨਦੇ। ਸੱਚਾਈ ਹੈ। ਤੁਸਾਂ ਕਦੀ ਵੇਖਿਆ ਕਿਸੇ ਮੁਸਲਮਾਨ ਨੇ ਰਾਮ ਨੌਮੀ ਮਨਾਈ ਹੋਵੇ? ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਉੱਤੇ ਕਿਤੇ ਕਿਸੇ ਮੁਸਲਮਾਨ ਨੇ ਚਾਅ ਕੀਤਾ ਹੋਵੇ? ਪਰ ਉਹਨੇ ਆਖਿਆ, ਕਹਿਣ ਲੱਗਾ ਰਾਮ ਕ੍ਰਿਸ਼ਨ ਅਵਤਾਰ ਜੋ ਹਰ ਕਾ, ਮਨ ਹੈ ਹਿੰਦੂ ਨ ਮਨ ਹੈ ਤੁਰਕਾ। ਹਿੰਦੂ ਮੰਨਦੇ, ਤੁਰਕ ਨਹੀਂ ਮੰਨਦੇ। ਪਰ ਮਹਿਤਾ ਕਾਲੂ ਤੇਰੇ ਪੁੱਤਰ ਨੂੰ ਇਸ ਸਿਸ ਕੋ ਮਨ ਹੈਗੇ ਦੋ, ਹਿੰਦੂ ਤੁਰਕ ਸਿੱਖ ਸਭ ਹੋ। ਤੇਰੇ ਪੁੱਤਰ ਨੂੰ ਹਿੰਦੂਆਂ ਨੇ ਵੀ ਮੰਨਣਾ, ਇਹਨਾਂ ਨੂੰ ਤੁਰਕਾਂ ਨੇ ਵੀ ਮੰਨਣਾ। ਇੱਕ ਵਾਹਿਦ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਨ, ਜਿਨ੍ਹਾਂ ਦਾ ਗੁਰਪੁਰਬ ਹਿੰਦੂ ਵੀਰ ਵੀ ਮਨਾਉਂਦੇ ਨੇ, ਮੁਸਲਮਾਨ ਵੀਰ ਵੀ ਮਨਾਉਂਦੇ ਨੇ। ਪਿਛਲੇ ਤੋਂ ਪਿਛਲੇ ਸਾਲ ਮਹਾਰਾਜ ਸਾਹਿਬ ਜੀ ਦਾ ਗੁਰਪੁਰਬ ਤੇ ਨਨਕਾਣਾ ਸਾਹਿਬ ਨਗਰ ਕੀਰਤਨ ਨਿਕਲਿਆ, ਤੇ ਬਹੁਤ ਕੀਮਤੀ ਮੈਟ ਇੱਕ ਮੁਸਲਮਾਨ ਵੀਰ ਨੇ ਵਿਛਾਇਆ, ਜਿਹੜਾ ਸਾਰੇ ਨਗਰ ਕੀਰਤਨ ਵਿੱਚ ਵਿਛਿਆ। ਨਨਕਾਣਾ ਸਾਹਿਬ ਤੋਂ ਜਿੱਧਰ ਜਿੱਧਰ ਨਗਰ ਕੀਰਤਨ ਜਾਣਾ ਸੀਗਾ, ਸਾਰੇ ਇਲਾਕੇ ਵਿੱਚ ਉਹ ਮੈਟ ਵਿਛਾਇਆ ਗਿਆ। ਇਹ ਨਹੀਂ ਵੀ ਚੁੱਕ ਕੇ ਦੂਜੀ ਥਾਂ, ਜਿੱਥੇ ਜਾਣਾ ਸਾਰੇ ਰਾਸਤੇ ਨਵਾਂ ਹੀ ਮੈਟ ਵਿਛਾਇਆ ਗਿਆ, ਨਵਾਂ ਮੈਟ। ਔਰ ਉਹ ਸੇਵਾ ਕਿਹਨੇ ਕੀਤੀ? ਉਹ ਮੁਸਲਮਾਨ ਵੀਰ ਨੇ ਕੀਤੀ। ਸਾਰੇ ਹੀ ਮੰਨਦੇ ਆ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ। ਭਾਈ ਗੁਰਦਾਸ ਜੀ ਨੇ ਫਿਰ ਲਿਖਿਆ ਨਾ ਵੀ ਜਾਹਰ ਪੀਰ ਜਗਤ ਗੁਰ ਬਾਬਾ। ਪੀਰ ਵੀ ਨੇ, ਜਗਤ ਗੁਰੂ ਵੀ ਨੇ ਮਹਾਰਾਜ ਸੱਚੇ ਪਾਤਸ਼ਾਹ, ਗਰੀਬ ਨਵਾਜ ਪੂਜਨੀਕ ਹਨ। ਬੜੀ ਸਿਫਤ ਕੀਤੀ। ਕਹਿਣ ਲੱਗੇ ਤੈਨੂੰ ਨਹੀਂ ਪਤਾ, ਜਦੋਂ ਤੇਰੇ ਪੁੱਤਰ ਨੇ ਆਕਾਸ਼ ਵੱਲ ਜਾਣਾ ਹੈ ਨਾ, ਆਕਾਸ਼ ਵੀ ਤੇਰੇ ਪੁੱਤਰ ਨੂੰ ਰਾਹ ਦਿਆ ਕਰੇਗਾ। ਕਹਿਣ ਲੱਗੇ ਮਹਿਤਾ ਕਾਲੂ ਤੂੰ ਭਾਵੇਂ ਨਾ ਦੇਖੇ ਪਰ ਸੁਣ ਲੈ। ਕਹਿਣ ਲੱਗੇ ਮਹਾਰਾਜ ਜਦੋਂ ਤੇਰੇ ਪੁੱਤਰ ਨੇ ਪਾਣੀ ਵਾਲੇ ਪਾਸੇ ਜਾਣਾ ਹੈ ਨਾ, ਦਰਿਆ ਵੀ ਰਾਹ ਦਿਆ ਕਰਨਗੇ। ਕਹਿਣ ਲੱਗੇ ਬੜੀ ਸਿਫਤ ਕੀਤੀ, ਬੜੀ ਸ਼ੋਭਾ ਕੀਤੀ। ਤੇ ਸਾਧ ਸੰਗਤ ਜੀ, ਪੁਰੋਹਿਤ ਜੀ ਦੀ ਜਿੰਨੀ ਕੁ ਪਹੁੰਚ ਸੀ ਨਾ, ਉਹਨਾਂ ਕੁ ਉਹਨਾਂ ਨੇ ਭਵਿੱਖ ਦੱਸਿਆ। ਸਾਰਾ ਤੇ ਉਹ ਵੀ ਨਹੀਂ ਦੱਸ ਸਕੇ। ਜਿੰਨੀ ਕੁ ਉਹਨਾਂ ਦੀ ਪਹੁੰਚ ਸੀ, ਜਿੰਨੀ ਕੁ ਉਹਨਾਂ ਨੂੰ ਉਹਨਾਂ ਦੀ ਵਿੱਦਿਆ ਸੀਗੀ, ਉਹਨਾਂ ਨੇ ਉਸ ਵਿੱਦਿਆ ਦੇ ਮੁਤਾਬਕ ਗੁਰੂ ਸਾਹਿਬ ਜੀ ਦੇ ਆਉਣ ਬਾਰੇ, ਸਮੇਂ ਬਾਰੇ ਦੱਸ ਦਿੱਤਾ ਹੈ। ਪਰ ਸਾਰੀ ਗੱਲ ਤੇ ਪੁਰੋਹਿਤ ਹਰਦਿਆਲ ਜੀ ਵੀ ਗੁਰੂ ਨਾਨਕ ਸਾਹਿਬ ਜੀ ਬਾਰੇ ਨਹੀਂ ਦੱਸ ਸਕੇ ਜੀ। ਰਸਤੇ ਵਿੱਚ ਜਦੋਂ ਵਾਹਿਗੁਰੂ ਜਦੋਂ ਘਰ ਆ ਰਹੇ ਆ ਨਾ,
ਤੇ ਰਸਤੇ ਵਿੱਚ ਸੋਚਦੇ ਆ ਇਹਨਾਂ ਦਾ ਪ੍ਰਤਾਪ ਬਹੁਤ ਵੱਡਾ ਹੋਣਾ ਹੈ, ਤੇ ਮੈਂ ਤੇ ਬਜ਼ੁਰਗ ਹੋ ਗਿਆ, ਮੇਰੀ ਉਮਰ ਥੋੜ੍ਹੀ ਹੈ, ਤੇ ਹੇ ਵਾਹਿਗੁਰੂ, ਹੇ ਪਰਮੇਸ਼ਰ ਜੀ, ਮੇਰੇ ਤੇ ਕਿਰਪਾ ਕਰੋ, ਮੇਰੀ ਇੰਨੀ ਲੰਮੀ ਉਮਰ ਹੋਵੇ ਮੈਂ ਇਹਨਾਂ ਦੇ ਬਚਨ ਸੁਣ ਸਕਾਂ। ਕਾਸ਼ ਮੇਰੀ ਇੰਨੀ ਲੰਮੀ ਉਮਰ ਹੋ ਜਾਵੇ। ਜਦੋਂ ਉਹ ਰਸਤੇ ਵਿੱਚ ਸੋਚਦੇ ਆ ਰਹੇ ਆ ਨਾ, ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਉਦੋਂ ਹੀ ਪੁਰੋਹਿਤ ਹਰਦਿਆਲ ਜੀ ਨੂੰ ਹੋਰ ਉਮਰ ਦੇ ਦਿੱਤੀ ਸੱਚੇ ਪਾਤਸ਼ਾਹ। ਕਿਉਂਕਿ ਮਹਾਰਾਜ ਦੀ ਆਪਣੀ ਖੇਡ ਹੈ, ਉਹਨਾਂ ਨੇ ਦਰਸ਼ਨ ਕੀਤੇ ਹੈ, ਬੜੀ ਵੱਡੀ ਸੇਵਾ ਕੀਤੀ ਹੈ, ਸਤਿਗੁਰੂ ਜੀ ਦਾ ਨਾਮ ਰੱਖਿਆ ਹੈ, ਇਹ ਛੋਟੀ ਥੋੜ੍ਹੀ ਸੇਵਾ। ਵੇਖੋ ਇਹ ਭਾਗ ਨੇ, ਪੁਰੋਹਿਤ ਹਰਦਿਆਲ ਜੀ ਦੇ ਭਾਗਾਂ ਵਿੱਚ ਲਿਖਿਆ ਸੀਗਾ ਧੰਨ ਗੁਰੂ ਨਾਨਕ ਦੇਵ ਮਹਾਰਾਜ, ਜੋ ਸਾਰੀ ਸਿੱਖੀ ਦਾ ਮੂਲ ਹੈ। ਸਿੱਖੀ ਦਾ ਜੜ ਨਾਮ ਕੀ ਹੈ? ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਸਾਰਾ ਫੁਲਵਾੜੀ ਅੱਗੋਂ ਇਸੇ ਨਾਮ ਦੀ ਤੁਰੀ ਹੈ ਨਾ, ਇਸੇ ਦੀ ਹੈ ਨਾ ਫੁਲਵਾੜੀ ਸਾਰੀ। ਗੁਰੂ ਨਾਨਕ ਸਾਹਿਬ ਜੀ ਮੁੱਢ ਨੇ ਨਾ, ਇੰਨੇ ਰੰਗ ਆਨੰਦ ਲੱਗੇ ਆ, ਕਿੰਨੇ ਗੁਰੂ ਘਰ ਬਣੇ ਨੇ, ਇੱਕ ਇੱਕ ਸਿੱਖ ਦੇ 365 ਗੁਰਦੁਆਰੇ ਬਾਬਾ ਵੀਰ ਸਿੰਘ ਜੀ ਦੇ। ਤੇ ਮੁੱਢ ਕੌਣ ਹੈ? ਜੜ ਕੌਣ ਹੈ? ਜੜ ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਰੱਖਣ ਦੇ ਭਾਗ ਜਿਹੜੇ ਆ, ਇਹ ਸਾਧ ਸੰਗਤ ਜੀ ਜਾਗੇ ਆ ਪੁਰੋਹਿਤ ਹਰਦਿਆਲ ਜੀ ਦੇ। ਸੋ ਹੁਣ ਆਪਾਂ ਅੱਗੋਂ ਕਥਾ ਸਰਵਣ ਕਰਾਂਗੇ। ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਘਰ ਵਿੱਚ ਬਾਲਕਾਂ ਵਾਂਗ ਲੀਲਾ ਵੀ ਕਰਦੇ ਆ। ਜਿਵੇਂ ਆਮ ਬਾਲਕ ਹੱਸਦੇ ਆ, ਖੇਡਦੇ ਆ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਵੀ ਕਰਦੇ ਆ। ਪਰ ਜਦੋਂ ਥੋੜ੍ਹੇ ਜਿਹੇ ਵੱਡੇ ਹੋਏ ਆ ਨਾ, ਤੁਰਨ ਫਿਰਨ ਵਾਲਾ ਸਰੀਰ ਹੋ ਗਿਆ, ਇੱਕ ਕੌਤਕ ਕਰਦੇ ਆ ਮਹਾਰਾਜ। ਉਹ ਕੀ ਕੌਤਕ ਕਰਦੇ ਆ? ਘਰੋਂ ਕੋਈ ਨਾ ਕੋਈ ਵਸਤੂ ਲੈ ਜਾਣੀ ਤੇ ਬਾਹਰ ਸੁੱਟ ਆਉਣੀ। ਪਰਿਵਾਰ ਦੀ ਭਾਸ਼ਾ ਵਿੱਚ ਕਹਿ ਰਹੇ ਆ ਵੀ ਬਾਹਰ ਸੁੱਟ ਆਉਂਦੇ ਆ। ਕਰਦੇ ਕੀ ਹੈ? ਮਹਾਰਾਜ ਇੱਕ ਦਿਨ ਇੱਕ ਬਰਤਨ ਹੱਥ 'ਚ ਫੜਿਆ ਤੇ ਬਾਹਰ ਨਾ ਇੱਕ ਗਰੀਬ ਬੰਦੇ ਦੇ ਲਾਗੇ ਸੁੱਟ ਆਏ ਜੀ। ਉਹਦੇ ਤੇ ਦਇਆ ਕੀਤੀ, ਉਹਨੂੰ ਦੇ ਦਿੱਤਾ ਸਾਧ ਸੰਗਤ ਜੀ। ਉਹਨੇ ਵੇਖਿਆ ਸੀ ਨਾ ਜਦੋਂ ਪੁਰੋਹਿਤ ਹਰਦਿਆਲ ਜੀ ਆਏ, ਵੀ ਸਾਡਾ ਜਿਹੜਾ ਹੱਥ ਹੈ ਇਹਦੇ ਵਿੱਚ ਡੂੰਘ ਹੈ ਜੀ, ਹੱਥ ਦੀ ਤਲੀ ਡੂੰਘੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਆਹ ਤਲੀ ਹੈ, ਇਹ ਤਾਂ ਨੂੰ ਹੈ, ਉੱਪਰ ਨੂੰ ਉਭਰੀ ਹੋਈ ਹੈ ਜੀ। ਉਹਨੇ ਵੇਖ ਕੇ ਕਿਹਾ ਸੀ, ਮਹਿਤਾ ਕਾਲੂ, ਮਾਇਆ ਦਾ ਤੇ ਮੀਂਹ ਵਰਿਆ ਕਰੇਗਾ, ਮਾਇਆ ਤੇ ਬਹੁਤ ਆਏਗੀ, ਪਰ ਕੋਲ ਨਹੀਂ ਰੱਖਣਗੇ, ਸਾਰੀ ਦੇ ਦਿਆ ਕਰਨਗੇ। ਤੇ ਮਹਾਰਾਜ ਨੇ ਕੀਤਾ ਵੀ ਐਸਾ ਹੀ ਹੈ। ਦਿੱਤਾ ਤੇ ਤੁਮ ਵੱਡ ਦਾਤੇ ਦੇ ਰਹੇ। ਸੱਚੇ ਪਾਤਸ਼ਾਹ ਅੱਜ ਵੀ ਦੇ ਹੀ ਰਹੇ ਨੇ ਜੀ। ਸਭ ਕੁਝ ਸਿੱਖਾਂ ਨੂੰ ਦਿੱਤਾ, ਪਿਆਰ ਵਾਲਿਆਂ ਨੂੰ ਦਿੱਤਾ, ਭਾਵਨਾ ਵਾਲਿਆਂ ਨੂੰ ਦਿੱਤਾ। ਉਹ ਮਹਾਰਾਜ ਨੇ ਘਰੋਂ ਕੋਈ ਨਾ ਕੋਈ ਬਰਤਨ ਚੁੱਕ ਲੈਣਾ, ਉਹ ਬਾਹਰ ਦੇ ਆਉਣਾ ਜੀ, ਬਾਹਰ ਦੇ ਆਉਣਾ। ਤੇ ਮਾਤਾ ਤ੍ਰਿਪਤਾ ਜੀ ਬੜਾ ਧਿਆਨ ਰੱਖਦੇ ਆ, ਫਿਰ ਵੀ ਮਹਾਰਾਜ ਪਤਾ ਹੀ ਨਹੀਂ ਲੱਗਣ ਦਿੰਦੇ ਕਿਹੜੇ ਵੇਲੇ ਘਰ ਦੀ ਇੱਕ ਅੱਧੀ ਵਸਤੂ ਜਿਹੜੀ ਹੈ ਉਹ ਬਾਹਰ ਕਿਸੇ ਗਰੀਬ ਨੂੰ ਦੇ ਹੀ ਆਉਂਦੇ ਨੇ ਜੀ। ਬਚਪਨ ਤੋਂ ਦੇਣ ਦਾ ਸੁਭਾਅ ਹੈ। ਚੇਤਾ ਰੱਖਿਓ, ਜੋ ਵਾਹਿਗੁਰੂ ਅਕਾਲ ਪੁਰਖ ਜੀ ਦਾ ਸੁਭਾਅ ਹੈ ਨਾ, ਉਹ ਸੁਭਾਅ ਗੁਰੂ ਨਾਨਕ ਸਾਹਿਬ ਜੀ ਦਾ ਹੈ। ਕਿਵੇਂ? ਮਹਾਰਾਜ ਬਾਣੀ 'ਚ ਲਿਖਦੇ ਪਰਮੇਸ਼ਰ ਬਾਰੇ, ਦੇਂਦਾ ਦੇ, ਲੈਂਦੇ ਥੱਕ ਪਾਹੇ। ਪਰਮੇਸ਼ਰ ਦਈ ਜਾਏਗਾ, ਦਈ ਜਾਏਗਾ, ਲੈਣ ਵਾਲਾ ਥੱਕ ਜਾਏਗਾ। ਗੁਰੂ ਨਾਨਕ ਸਾਹਿਬ ਵੀ ਦੇਣ ਲੱਗਿਆ ਨਹੀਂ ਥੱਕਦੇ, ਅਸੀਂ ਭਾਵੇਂ ਲੈਣ ਲੱਗਿਆਂ ਥੱਕ ਜਾਈਏ। ਮਹਾਰਾਜ ਦੀਆਂ ਦਾਤਾਂ ਇੰਨੀਆਂ ਵੱਡੀਆਂ ਨੇ ਸੱਚੇ ਪਾਤਸ਼ਾਹ ਜੀ ਦੀਆਂ। ਗੱਜ ਕੇ ਆਖੋ ਵਾਹਿਗੁਰੂ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਕੁਝ ਨਾ ਕੁਝ ਬਾਹਰ ਦੇ ਆਉਂਦੇ ਆ। ਮਾਤਾ ਦੀ ਚਿੰਤਾ ਕਰਦੇ ਆ, ਪਿਤਾ ਦੀ ਚਿੰਤਾ ਕਰਦੇ ਆ। ਫਿਰ ਇੱਕ ਹੋਰ ਵੱਡੀ ਗੱਲ ਕਵਿਰਾਜ ਲਿਖਦੇ ਆ, ਕਹਿੰਦੇ ਆ ਮਹਾਰਾਜ ਦੇ ਨਾਲ ਨਾ ਛੇਤੀ ਬਾਲਕ ਬੜੇ ਰਲ ਗਏ ਜੀ।
ਉਹ ਬਾਲਕ ਜਿੱਧਰ ਮਹਾਰਾਜ ਜਾਂਦੇ ਆ, ਬਾਲਕ ਫਿਰ ਉਧਰ ਨਾਲ ਹੀ ਜਾਂਦੇ ਗੁਰੂ ਸਾਹਿਬ ਜੀ ਦੇ। ਤੇ ਮਹਾਰਾਜ ਪਤਾ ਕੀ ਕਰਦੇ, 5 ਸਾਲਾਂ ਦੀ ਉਮਰ ਹੋਈ, 5 ਸਾਲਾਂ ਵਿੱਚ ਬੋਲਣ ਵੀ ਲੱਗ ਪੈਂਦਾ ਬੱਚਾ, ਬਿਲਕੁਲ ਸਪਸ਼ਟ ਗੱਲਾਂ ਕਰਨ ਲੱਗ ਪੈਂਦਾ। ਕਿਸੇ ਨੇ ਕੋਈ ਕਥਾ ਕਹਾਣੀ ਨਹੀਂ ਸੁਣਾਈ ਮਹਾਰਾਜ ਨੂੰ। ਮਹਾਰਾਜ ਆਪੇ ਹੀ, ਪਤਾ ਨਹੀਂ ਸੁਣਨ ਵਾਲੇ ਕਹਿੰਦੇ ਆ ਇਹ ਬਾਲਕ ਨੂੰ ਕੌਣ ਇਹ ਕਥਾ ਕਹਾਣੀਆਂ ਸੁਣਾਉਂਦਾ, ਆਪੇ ਹੀ ਅੰਦਰੋਂ ਕਥਾ ਨਿਕਲੀ ਆਉਂਦੀ ਗੁਰੂ ਨਾਨਕ ਸਾਹਿਬ ਜੀ ਦੇ, ਆਪੇ ਹੀ। ਉਹ ਤਾਂ ਮਾਲਕ ਨੇ, ਪਰਮੇਸ਼ਰ ਨੇ। ਕਹਿੰਦੇ ਆ ਜਦੋਂ ਬਾਲਕਾਂ ਵਿੱਚ ਬੈਠਣਾ ਤੇ ਜਿੰਨੇ ਬਾਲਕ ਨੇ ਨਾ, ਉਹਨਾਂ ਨੂੰ ਸਾਰਿਆਂ ਨੂੰ ਕਹਿਣਾ ਮੇਰੇ ਕੋਲ ਆਓ। ਬਾਲਕ ਕੋਲ ਆਉਣੇ, ਮਹਾਰਾਜ ਨੇ ਬੈਠ ਜਾਣਾ, ਕਥਾ ਕਰਨ ਲੱਗ ਪੈਣੀ। ਜਦੋਂ ਫਿਰ ਮਹਾਰਾਜ ਕਥਾ ਕਰਦੇ ਸੀ ਨਾ, ਬਾਲ ਉਮਰ, ਜਿੰਨੇ ਬਾਲਕ ਨੇ, ਕਵੀ ਰਾਜ ਲਿਖਦੇ ਆ, ਕਹਿੰਦੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਮੁਖ ਵੱਲ ਹੀ ਵੇਖੀ ਜਾਂਦੇ ਆ, ਮਹਾਰਾਜ ਦੇ ਮੁਖ ਵੱਲ ਹੀ ਵੇਖੀ ਜਾਂਦੇ। ਉਹਨਾਂ ਨੂੰ ਪਤਾ ਨਹੀਂ ਕੀ ਸ਼ਾਂਤੀ, ਆਨੰਦ, ਰਸ ਜਿਹੜਾ ਉਹ ਪ੍ਰਾਪਤ ਹੁੰਦਾ ਹੋਏਗਾ। ਸੋ ਹੁਣ ਇੱਥੋਂ ਕਥਾ ਤੁਰਦੀ ਹੈ। 5 ਸਾਲਾਂ ਤੋਂ ਉੱਤੇ ਦੀ ਉਮਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਹੋਈ ਹੈ। ਸਾਧ ਸੰਗਤ ਜੀ, 5 ਸਾਲਾਂ ਵਿੱਚ ਮੇਰੇ ਸਤਿਗੁਰੂ ਜੀ ਨੇ ਕੀ ਕੀ ਕੀਤਾ, ਸਾਰੀ ਗੱਲ ਤਾਂ ਕਵੀ ਸੰਤੋਖ ਸਿੰਘ ਜੀ ਨਹੀਂ ਨਾ ਲਿਖ ਸਕਦੇ, ਪਰ ਚੇਤਾ ਰੱਖਿਓ ਬਹੁਤ ਕੁਝ ਹੋਇਆ ਜੀ। ਜਿਨ੍ਹਾਂ ਨੂੰ ਭਾਂਡੇ ਦੇ ਆਉਂਦੇ ਆ, ਕਿਸੇ ਨੂੰ ਕੁਝ ਦੇ ਆਉਂਦੇ ਆ, ਕਿਸੇ ਨੂੰ ਕੁਝ ਦੇ ਆਉਂਦੇ ਆ, ਪਤਾ ਨਹੀਂ ਉਹਨਾਂ ਨੂੰ ਕਿੰਨੀ ਕੁ ਲੋੜ ਹੋਏਗੀ, ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਉਹ ਵਸਤੂਆਂ, ਪਦਾਰਥ ਦੇ ਦਿੰਦੇ। ਕੀ ਕੀ ਰਹਿਮਤਾਂ ਕਰਦੇ ਆ, ਸਾਨੂੰ ਨਹੀਂ ਪਤਾ ਲੱਗਦਾ, ਸਾਨੂੰ ਨਹੀਂ ਪਤਾ ਲੱਗਦਾ। ਇੱਕ ਬਚਨ ਕਹਿ ਕੇ ਸਾਧ ਸੰਗਤ ਦੀ ਅੱਗੇ ਆਪਾਂ ਕਥਾ ਸ਼ੁਰੂ ਕਰ ਦਿੰਦੇ ਹਾਂ। ਉਹ ਇਹ ਹੈ ਵੀ ਇੱਕ ਰੇਹੜੀ ਵਾਲਾ ਖਲੋਤਾ ਰੇਹੜੀ ਤੇ ਮਹਾਂਪੁਰਖ ਬਾਬਾ ਠਾਕਰ ਸਿੰਘ ਜੀ ਉਹ ਬੱਸ ਵਿੱਚ ਲੰਘ ਰਹੇ ਸਨ। ਤੇ ਮਹਾਂਪੁਰਖਾਂ ਨੇ ਨਾ ਛੇਤੀ ਨਾਲ ਬੱਸ ਖਿਲਾਰੀ ਤੇ ਪੈਸਿਆਂ ਦਾ ਭਰਿਆ, ਮਾਇਆ ਦਾ ਭਰਿਆ ਇੱਕ ਟੈਚੀ ਸਿੰਘ ਨੂੰ ਫੜਾ ਕੇ ਕਹਿੰਦੇ ਉਹ ਰੇਹੜੀ ਵਾਲੇ ਨੂੰ ਦੇ ਦੇ। ਹੁਣ ਸਿੰਘ ਦਾ ਜੀ ਤੇ ਨਹੀਂ ਸੀ ਕਰਦਾ, ਪਰ ਦੇਣਾ ਪਿਆ ਉਹਨੂੰ। ਇਹੋ ਹੀ ਸੀ ਵੀ ਬਾਬਾ ਜੀ ਭੋਲੇ ਨੇ, ਜਿਹਨੂੰ ਮਰਜ਼ੀ ਮਾਇਆ ਦੇਈ ਜਾਂਦੇ ਆ। ਉਹ ਮਾਇਆ ਦੇ ਦਿੱਤੀ ਉਹਨੂੰ ਤੇ ਮਹਾਂਪੁਰਖ ਅੱਗੇ ਚਲੇ ਗਏ। ਅਗਲੇ ਦਿਨ ਸਿੰਘ ਫੇਰ ਆਇਆ ਜੀ ਉਸੇ ਰੇਹੜੀ ਵਾਲਿਆਂ ਕੋਲ, ਉਸੇ ਰੇਹੜੀ ਵਾਲੇ ਕੋਲ 2-3 ਸਿੰਘ ਨਾਲ ਲੈ ਕੇ ਆਇਆ। ਕਹਿੰਦਾ ਪ੍ਰੇਮੀਆਂ, ਤੈਨੂੰ ਪਤਾ ਕੱਲ ਜਿਹੜੇ ਤੈਨੂੰ ਮਾਇਆ ਦੇ ਕੇ ਗਏ ਕੌਣ ਸੀ? ਕਹਿੰਦਾ ਨਹੀਂ, ਇਹ ਪਤਾ ਉਹ ਗੁਰੂ ਨਾਨਕ ਦੇਵ ਜੀ ਸਨ। ਕਹਿੰਦੇ ਕਿਉਂ? ਕਹਿੰਦਾ ਮੇਰੇ ਸਿਰ ਕਰਜ਼ਾ ਸੀ, ਕਰਜ਼ਾ। ਉਹ ਰਕਮ ਤੇ ਮੈਨੂੰ ਚੇਤਾ ਭੁੱਲ ਗਈ ਹੈ ਕਿੰਨੀ ਹੈ। ਕਹਿੰਦਾ ਮੇਰੇ ਸਿਰ ਕਰਜ਼ਾ ਸੀ, ਕਰਜ਼ਾ, ਤੇ ਬੜਾ ਚਿਰ ਹੋ ਗਿਆ ਮੈਂ ਪੈਸੇ ਮੋੜੇ ਨਹੀਂ ਸੀ। ਤੇ ਸ਼ਾਹੂਕਾਰ ਜਿਹੜਾ ਨਾ ਬੜਾ ਸਖਤ, ਬੜੀ ਸਰਕਾਰੀ ਦਰਬਾਰੇ ਚੱਲਦੀ, ਉਹ ਮੈਨੂੰ ਕਹਿੰਦਾ ਸੀ ਵੀ ਜੇ ਤੂੰ ਮੈਨੂੰ ਸ਼ਾਮ ਤੱਕ ਪੈਸੇ ਨਾ ਦਿੱਤੇ ਤੇਰੀ ਦਾੜੀ ਕੱਟ ਦੇਣੀ ਹੈ। ਜਦੋਂ ਕਹਿੰਦਾ ਉਹਨੇ ਇਹ ਗੱਲ ਕੀਤੀ ਤੇ ਮੈਂ ਰੋ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਅੱਗੇ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਤੁਹਾਡੀ ਸਿੱਖੀ ਹੈ, ਮੈਂ ਕਹਿ ਵੀ ਨਹੀਂ ਸਕਦਾ ਕੁਝ। ਗਰੀਬ ਬੰਦੇ ਦੀ ਕੌਣ ਸੁਣਦਾ ਸਾਧ ਸੰਗਤ ਦੀ? ਇਹ ਜਿੰਨੇ ਕਾਨੂੰਨ ਨੇ ਅਮੀਰਾਂ ਵਾਸਤੇ ਹੀ ਹੈ, ਗਰੀਬ ਵਾਸਤੇ ਨਹੀਂ ਹੁੰਦੇ। ਕਹਿਣ ਲੱਗਾ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਅੱਗੇ ਅਰਦਾਸ ਕੀਤੀ, ਮਹਾਰਾਜ ਦੇ ਸਰੂਪ ਅੱਗੇ, ਤੇ ਮੈਨੂੰ ਨਹੀਂ ਪਤਾ ਉਹ ਬਜ਼ੁਰਗ ਕੌਣ ਸੀ, ਬੱਸ 'ਚ ਕੌਣ ਬੈਠਾ। ਮੇਰੇ ਲਈ ਤੇ ਉਹ ਗੁਰੂ ਨਾਨਕ ਦੇਵ ਜੀ ਜਿਹੜਾ ਮੈਨੂੰ ਪੈਸੇ ਦੇ ਗਿਆ। ਤੁਸੀਂ ਵੇਖੋ ਵੀ ਇੱਕ ਮਹਾਂਪੁਰਖ ਐਸੇ ਹੋ ਸਕਦੇ ਆ ਵੀ ਇੰਝ ਹੀ ਪੈਸੇ ਫੜਾ ਦਿੱਤੇ, ਤੇ ਪਿੱਛੇ ਕੀ ਕਾਰਨ ਸੀ ਇਹ ਤੇ ਜਾਂਚ ਕੀਤਿਆਂ ਪਤਾ ਲੱਗੀ ਨਾ ਗੱਲ, ਪੜਚੋਲ ਕੀਤਾ ਫਿਰ ਪਤਾ ਲੱਗੀ। ਤੇ ਧੰਨ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਐਵੇਂ ਹੀ ਘਰ ਦੇ ਬਰਤਨ ਫੜਾ ਆਉਂਦੇ ਹੋਣਗੇ, ਕੀ ਪਤਾ ਕਿਹੜੀ ਕਿਹੜੀ ਗਰੀਬੀ ਦੂਰ ਕਰ ਦਿੰਦੇ ਮਹਾਰਾਜ। ਇਹ ਤੇ ਗੁਰੂ ਸਾਹਿਬ ਹੀ ਜਾਣਦੇ, ਸੱਚੇ ਪਾਤਸ਼ਾਹ। ਸੋ ਹੁਣ ਆਪਾਂ ਕਥਾ 'ਚ ਸੁਰਤੀਆਂ ਜੋੜੀਏ
ਪਿਆਰ ਨਾਲ ਸਾਰੇ ਕਹੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਗੱਜ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਜਾ ਬਿਦ ਖੇਲਤ ਬਾਲਕ ਸਿਉ ਮਿਲ। ਇਸ ਤਰੀਕੇ ਨਾਲ ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਬਾਲਕਾਂ ਦੇ ਨਾਲ ਮਿਲ ਕੇ ਖੇਲਦੇ ਆ। ਹੁਣ ਅਸੀਂ ਤੇ ਇਹੋ ਹੀ ਕਵਾਂਗੇ ਨਾ, ਖੇਲਦੇ ਆ, ਪਰ ਇਹ ਤੇ ਗੁਰੂ ਸਾਹਿਬ ਵੀ ਜਾਣਦੇ ਆ ਵੀ ਸੱਚੇ ਪਾਤਸ਼ਾਹ ਮਹਾਰਾਜ ਖੇਡਾਂ ਖੇਡਾਂ ਵਿੱਚ ਕੀ ਕਰਦੇ ਆ। ਹਾਂਜੀ। ਬੋਲਤ ਬੋਲ ਬਿਲਾਸ ਵਿਸਾਲ। ਮਹਾਰਾਜ ਬੜੇ ਪ੍ਰੇਮ ਦੇ ਬੋਲ ਬੋਲਦੇ ਆ। 5 ਕੁ ਸਾਲ ਦੀ ਆਰਜੂ ਹੈ, ਬਹੁਤ ਪ੍ਰੇਮ ਵਾਲੇ ਬੋਲ ਗਰੀਬ ਨਵਾਜ ਮੁਖੋਂ ਬੋਲਦੇ ਆ। ਭੂਖਤ ਭੂਖਨ ਸੋ ਬਿਨ ਦੁਖਨ। ਤੇ ਭੂਖਿਤ ਭੂਖਨ ਸੋ ਬਿਨ ਦੁਖਨ, ਜਿਨ੍ਹਾਂ ਨੂੰ ਕੋਈ ਦੁੱਖ ਨਹੀਂ ਹੈ, ਕੋਈ ਦੂਸ਼ਣ ਨਹੀਂ, ਜਿਨ੍ਹਾਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਮਾਤਾ ਤ੍ਰਿਪਤਾ ਜੀ ਨੇ ਗਹਿਣੇ ਪਾਏ ਆ, ਉਹ ਬੜੇ ਫੱਬਦੇ ਆ। ਖੋਤ ਕਲੂਖਨ ਦੀਨ ਦਇਆਲ। ਕਹਿੰਦੇ ਮਹਾਰਾਜ ਗਰੀਬ ਨਵਾਜ ਗਰੀਬਾਂ ਤੇ ਦਇਆ ਕਰਨ ਵਾਲੇ ਨੇ। ਉਹ ਤਾਂ ਪਾਪ ਦੂਰ ਕਰਨ ਵਾਸਤੇ, ਧਰਤੀ ਦੇ ਪਾਪ ਦੂਰ ਕਰਨ ਵਾਸਤੇ ਆਏ ਆ। ਪੂਰ ਬੇਦੁਖ ਬੇਦੁਖਨ ਮੈਂ। ਕਹਿਣ ਲੱਗੇ ਫਿਰ ਜਦੋਂ ਬਚਨ ਕਰਦੇ ਆ ਨਾ, ਪੰਡਤਾਂ ਵਿੱਚੋਂ ਵੀ ਵੱਡੇ ਪੰਡਤ ਲੱਗਦੇ ਆ, ਗਿਆਨੀਆਂ ਵਿੱਚੋਂ ਵੱਡੇ ਗਿਆਨੀ ਪ੍ਰਤੀਤ ਹੁੰਦੇ ਆ ਸੱਚੇ ਪਾਤਸ਼ਾਹ। ਉਮਰ ਤਾਂ ਭਾਵੇਂ ਬਾਲਾਂ ਵਾਲੀ ਹੈ, ਪਰ ਬੜੇ ਵੱਡੇ ਗਿਆਨੀ ਪ੍ਰਤੀਤ ਹੁੰਦੇ ਆ। ਤਰ ਰੂਖਨ ਕੇ ਕਬ ਰਾਜਤ ਸਾਲ। ਤੇ ਸੱਚੇ ਪਾਤਸ਼ਾਹ ਫਿਰ ਪਤਾ ਕੀ ਕਰਦੇ ਆ, ਕਈ ਵਾਰੀ ਤਾਂ ਮਹਾਰਾਜ ਰੁੱਖ ਦੇ ਹੇਠਾਂ ਬੈਠ ਕੇ ਬੱਚਿਆਂ ਨੂੰ ਬਿਠਾ ਲੈਂਦੇ ਆ ਤੇ ਕਥਾ ਕਰਦੇ ਆ। ਤੇ ਕਈ ਵਾਰੀ ਫਿਰ ਇਕਾਂਤ 'ਚ ਬੈਠ ਕੇ ਭਜਨ ਵਿੱਚ ਵੀ ਚਿੱਤ ਜੋੜਦੇ ਆ। ਹਾਂਜੀ। ਬਾਲ ਰਹੇ ਅਲ ਬਾਲਤ ਜਾਲ। ਪਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ, ਸੱਚੇ ਪਾਤਸ਼ਾਹ ਜੀ ਦੇ ਆਲੇ ਦੁਆਲੇ ਨਾ ਬਾਲਕਾਂ ਨੇ ਜਾਲ ਹੀ ਪਾਇਆ ਹੁੰਦਾ ਹਮੇਸ਼ਾ। ਵਿਦਿਆਰਥੀ ਵਾਹਿਗੁਰੂ ਸਾਥੀ ਬਾਲ ਜਿਹੜੇ ਆ ਨਾ, ਉਹ ਛੱਡ ਕੇ ਹੀ ਨਹੀਂ ਜਾਂਦੇ ਮਹਾਰਾਜ ਸੱਚੇ ਪਾਤਸ਼ਾਹ। ਜਿੱਥੇ ਜਾਣਾ ਮਹਾਰਾਜ ਨੇ ਬਾਲਕਾਂ ਦੇ ਭੀੜੀ ਪਾਈ ਰੱਖਣੀ, ਲਾਗੇ ਲਾਗੇ ਘੇਰਾ ਪਾਈ ਰੱਖਣਾ ਸੱਚੇ ਪਾਤਸ਼ਾਹ ਜੀ ਨੂੰ। ਬਿਲੋਕਤ ਲੋਚਨ ਹੋਤ ਨਿਹਾਲ। ਕਹਿਣ ਲੱਗੇ ਅਸਲ 'ਚ ਕਵੀ ਸੰਤੋਖ ਸਿੰਘ ਜੀ ਦੀ ਉਡਾਰੀ ਹੈ ਨਾ, ਉਹਨਾਂ ਦਾ ਭਾਵ ਹੈ। ਕਹਿਣ ਲੱਗੇ ਇਉਂ ਪ੍ਰਤੀਤ ਹੁੰਦਾ ਜਦੋਂ ਉਹ ਬਾਲਕ ਵੀ ਵਹਿੰਦੇ ਨਾ ਗੁਰੂ ਨਾਨਕ ਸਾਹਿਬ ਜੀ ਨੂੰ, ਹੈ ਤੇ ਉਹ ਵੀ ਛੋਟੇ ਬੱਚੇ ਹੀ ਆ, ਪਰ ਉਹ ਵੀ ਅੰਦਰੋਂ ਨਿਹਾਲ ਹੀ ਹੋ ਜਾਂਦੇ ਆ ਦਰਸ਼ਨ ਕਰਕੇ। ਉਹ ਵੀ ਨਿਹਾਲ ਹੋ ਜਾਂਦੇ ਆ। ਬਾਲਕ ਸਦਾ ਘੇਰਾ ਪਾਈ ਰੱਖਦੇ ਆ ਮਹਾਰਾਜ ਸੱਚੇ ਪਾਤਸ਼ਾਹ ਨੂੰ। ਜੇ ਘਰ ਜਾਣਾ ਬਾਲਕਾਂ ਦਾ ਘੇਰਾ, ਬਾਹਰ ਆਉਣਾ ਤਾਂ ਬਾਲਕਾਂ ਦਾ ਘੇਰਾ। ਤੇ ਭਾਗਾਂ ਵਾਲੇ ਹੀ ਹੋਣੇ ਆ ਉਹ ਬਾਲਕ ਵੀ, ਉਹ ਬੱਚੇ ਬਾਲਕ ਜਿਹੜੇ, ਉਹ ਕਿਤੇ ਛੋਟੀ ਗੱਲ ਹੈ ਜੀ, ਉਹ ਵੀ ਬੜੇ ਭਾਗਾਂ ਵਾਲੇ ਹੋਣੇ ਆ। ਹਾਂਜੀ। ਹੀਰਤ ਸੁਤ ਕਾਲੂ ਹਰਖ ਬਿਸਾਲੂ। ਤੇ ਪਿਤਾ ਮਹਿਤਾ ਕਾਲੂ ਜੀ ਜਦੋਂ ਆਪਣੇ ਪੁੱਤਰ ਨੂੰ ਵੇਖਦੇ ਆ, ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਦੇਖਦੇ ਆ ਨਾ, ਫਿਰ ਸਾਧ ਸੰਗਤ ਜੀ ਉਹ ਬਹੁਤ ਖੁਸ਼ ਹੁੰਦੇ ਆ, ਬਹੁਤ ਖੁਸ਼ ਹੁੰਦੇ। ਆਮ ਵੀ ਕੋਈ ਪਿਤਾ ਹੋਵੇ, ਉਹਦਾ ਪੁੱਤਰ ਨਖੇਧ ਵੀ ਹੋਵੇ ਤੇ ਖੇਡਦਾ ਹੋਵੇ ਬਾਲਕਾਂ ਨਾਲ, ਤੇ ਪਿਓ ਨੂੰ ਤੇ ਚੰਗਾ ਹੀ ਲੱਗਦਾ ਹੈ ਨਾ। ਤੇ ਇਹਨਾਂ ਦੇ ਤੇ ਪੁੱਤਰ ਹੀ ਆਪ ਪਰਮੇਸ਼ਰ ਗੁਰੂ ਨਾਨਕ ਸਾਹਿਬ ਹਨ। ਮਹਿਤਾ ਕਾਲੂ ਜੀ ਦੇਖਦੇ ਆ ਬਾਲਕਾਂ ਨਾਲ ਖੇਡਦੇ ਆ, ਬੜੇ ਖੁਸ਼ ਹੁੰਦੇ ਆ। ਪੜਨੋ ਚਿਤ ਮਨ ਜਾਨ। ਤੇ ਫਿਰ ਨਾ ਆਪਣੇ ਮਨ 'ਚ ਸਮਝਦੇ ਆ ਵੀ ਹੁਣ ਪੜ੍ਹਨੇ ਪਾਉਣਾ ਚਾਹੀਦਾ ਹੈ। ਗੱਜ ਕੇ ਆਖੋ, ਹੁਣ ਨਾ ਪੜ੍ਹਨ ਵਾਸਤੇ ਭੇਜਣਾ ਚਾਹੀਦਾ ਹੈ ਇਹਨਾਂ ਨੂੰ। ਉਮਰ ਪੜ੍ਹਨ ਵਾਲੀ ਹੋ ਗਈ ਹੈ। ਹਾਂਜੀ। ਹਮ ਕਾਜਵ ਸਿੱਖਾ ਸਿੱਖੈ ਲੇਖਾ। ਤੇ ਘਰ ਦਾ ਕੀ ਕੰਮ ਹੈ? ਲੇਖਾ ਜੋਖਾ ਕਰਨਾ ਜੀ। ਪਟਵਾਰੀ ਨੇ ਨਾ, ਤੇ ਕਹਿਣ ਲੱਗੇ ਸਾਡਾ ਕਾਰਜ ਜਿਹੜਾ ਵਿਸ਼ੇਸ਼ ਕਾਰਜ ਹੈ, ਲੇਖਾ ਜੋਖਾ ਕਰਨਾ, ਸਾਰੇ ਕਾਗਜ਼ਾਂ ਦੇ ਵਿੱਚ ਲਿਖਣਾ, ਲਿਖਾ ਪੜਤੀ ਕਰਨੀ। ਬੈਸ ਅਬੇ ਪਹਿਚਾਨ। ਉਹ ਲੇਖਾ ਸਿੱਖਣ ਦੀ ਹੁਣ ਹੀ ਉਮਰ ਹੈ ਇਹਨਾਂ ਦੀ।
ਇਹ ਪਿਤਾ ਜੀ ਮਨ ਵਿੱਚ ਸੋਚਦੇ ਗੱਲਾਂ ਵੇਖ ਵੇਖ ਕੇ। ਹਾਂਜੀ। ਕਾਰੰਗ ਪਟਵਾਰੀ ਗ੍ਰਾਮ ਮਹਿ ਸਾਰੀ, ਕਰਨੋ ਚਿਤ ਤਬ ਸੋਏ। ਤੇ ਕਰਨੋ ਚਿਤ ਤਬ ਹੋਏ, ਕਹਿਣ ਲੱਗੇ ਲੇਖਾ ਸਿੱਖਣਗੇ ਤਾਈਓ ਤੇ ਫਿਰ ਸਾਰੇ ਨਗਰ ਦੇ ਪਟਵਾਰੀ ਬਣਨਗੇ ਨਾ। ਗੱਜ ਕੇ ਆਖੋ। ਪਿਤਾ ਜੀ ਤੇ ਹੁਣ ਇਹੋ ਹੀ ਸੋਚਦੇ ਹਨ ਵੀ ਮੈਂ ਥੋੜੇ ਪਿੰਡਾਂ ਦਾ ਪਟਵਾਰੀ ਹੈ, ਜ਼ਿਆਦਾ ਪਿੰਡਾਂ ਦੇ ਪਟਵਾਰੀ ਬਣਨਗੇ। ਸਿਆਣੇ ਬੜੇ ਆ, ਗੱਲਬਾਤ 'ਚ ਬੜੇ ਸਿਆਣੇ, ਤੇ ਹੁਣ ਤੋਂ ਸਿੱਖਣਗੇ ਤਾਈਓ ਗੱਲ ਬਣੇਗੀ ਨਾ, ਤਾਈਓ ਵੱਡੇ ਪਟਵਾਰੀ ਬਣਨਗੇ ਨਾ। ਹਾਂਜੀ। ਪਾਂਦੇ ਪਹਿ ਬੈਸੇ ਹੋ ਮਮ ਜੈਸੇ। ਤੇ ਫਿਰ ਇਹ ਕਦੋਂ ਮੇਰੇ ਵਰਗੇ ਬਣਨਗੇ? ਜਦੋਂ ਪਾਂਧੇ ਦੇ ਕੋਲ ਬੈਠਣਗੇ। ਹਾਂਜੀ। ਸੰਖਿਆ ਨਿਪੁੰਨੰਗ ਸੋਏ। ਪਾਂਧਾ ਜਿਹੜਾ ਹੈ ਉਹ ਗਿਣਤੀ ਵਿੱਚ ਇਹਨਾਂ ਨੂੰ ਨਿਪੁੰਨ ਕਰ ਦੇਗਾ। ਉਦੋਂ ਪਾਂਧੇ ਹੀ ਪੜਾਉਂਦੇ ਹੁੰਦੇ ਸੀ। ਉਸ ਸਮੇਂ ਸਕੂਲ ਨਹੀਂ ਸੀ ਹੁੰਦੇ ਸਾਧ ਸੰਗਤ, ਪਾਂਧਿਆਂ ਨੇ ਪੜਾਉਣਾ। ਪਿਤਾ ਜੀ ਸੋਚਦੇ ਆ ਵੀ ਹੁਣ ਸਮਾਂ ਆ ਗਿਆ, ਫਿਰ ਪਾਂਧੇ ਕੋਲ ਭੇਜੀਏ। ਇਹ ਨਹੀਂ ਪਤਾ ਸਮਾਂ ਇਹਨਾਂ ਦੇ ਪੜਨ ਦਾ ਨਹੀਂ, ਸਮਾਂ ਪਾਂਧੇ ਦੇ ਭਲੇ ਦਾ ਆ ਗਿਆ ਹੈ ਜੀ। ਹਾਂਜੀ। ਬਹੁ ਗੁਣੀ ਅਲਾਵੈ ਸੁਤ ਨਾ ਪੜਾਵੈ। ਪਿਤਾ ਜੀ ਮਨ 'ਚ ਸੋਚਦੇ ਆ ਵੀ ਸੰਸਾਰ ਦੇ ਗੁਣੀ ਪੁਰਸ਼ ਇਹ ਗੱਲ ਕਹਿੰਦੇ ਆ ਕਿ ਜਿਹੜਾ ਪਿਓ ਪਿਤਾ ਆਪਣੇ ਪੁੱਤਰ ਨੂੰ ਨਾ ਪੜਾਵੇ, ਹਾਂਜੀ, ਸੋ ਸਤਰੂ ਸਮਤਾਤ। ਉਹ ਪਿਓ ਨਹੀਂ ਹੈ। ਉਹ ਪਿਓ ਜਿਹੜਾ ਹੈ ਨਾ, ਪਿਤਾ ਜਿਹੜਾ ਉਹ ਦੁਸ਼ਮਣ ਹੈ। ਆਪਣੇ ਪੁੱਤਰ ਨੂੰ ਧੀ ਨਾ ਪੜਾਵੇ। ਧੀਆਂ ਨੂੰ ਤੇ ਉਸ ਸਮੇਂ ਸਾਧ ਸੰਗਤ ਜੀ ਪੜਾਉਂਦੇ ਹੀ ਨਹੀਂ ਸੀ ਹੁੰਦੇ। ਧੀਆਂ ਬਾਰੇ ਕਹਿਣਾ ਵੀ ਇਹਨਾਂ ਨੂੰ ਪੜਨ ਦੀ ਕੀ ਲੋੜ ਹੈ, ਇਹਨਾਂ ਪੜ੍ਹ ਕੇ ਕੀ ਕਰਨਾ, ਘਰ ਦਾ ਕੰਮ ਕਾਰ ਸਿਖਾਓ। ਤੇ ਪੁੱਤਰਾਂ ਨੂੰ ਹੀ ਪੜਾਉਂਦੇ ਹੁੰਦੇ ਸੀਗੇ। ਹਾਂਜੀ। ਸੋਭਾ ਨਹਿ ਪਾਵੈ ਮਤ ਨਹਿ ਆਵਹਿ। ਤੇ ਸੋਚਦੇ ਵੀ ਨਾਲੇ ਇਹ ਪੜਨ ਤੋਂ ਬਗੈਰ ਇਹਨਾਂ ਦੀ ਫਿਰ ਸ਼ੋਭਾ ਕਿਵੇਂ ਵਧੇਗੀ ਸੰਸਾਰ 'ਚ, ਮਤ ਕਿਵੇਂ ਆਏਗੀ। ਇਹਨਾਂ ਦਾ ਪੜਨਾ ਬੜਾ ਜ਼ਰੂਰੀ ਹੈ। ਜਗ ਮੈਂ ਇਹ ਬਖਿਆਤ। ਜਗ ਵਿੱਚ ਇਹੋ ਗੱਲ ਪ੍ਰਸਿੱਧ ਹੈ ਵੀ ਪੜ੍ਹਾਈ ਤੋਂ ਬਗੈਰ ਬੰਦਾ ਫੱਬਦਾ ਨਹੀਂ ਹੈ, ਚੰਗਾ ਨਹੀਂ ਲੱਗਦਾ। ਲੋਕ ਅੱਜ ਕੱਲ੍ਹ ਅਨਪੜ੍ਹ ਕਹਿੰਦੇ ਆ ਜੀ। ਹਾਂਜੀ। ਨਹਿ ਦਰਬ ਖਟਾਊ ਭੋਰ ਸੁਭਾਊ। ਹੁਣ ਇਹੋ ਅੱਗੇ ਅੱਗੇ ਕਥਾ ਚੱਲਣੀ ਹੈ ਸਾਰੀ। ਪਿਤਾ ਮਹਿਤਾ ਕਾਲੂ ਜੀ ਦਾ ਧਿਆਨ ਇਸੇ ਪਾਸੇ ਹੀ ਰਹਿਣਾ ਹੈ। ਕਹਿੰਦੇ ਨਹਿ ਦਰਬ ਖਟਾਊ, ਜੇ ਪੜਨਗੇ ਨਹੀਂ ਤੇ ਫਿਰ ਦਰਬ ਕਿਵੇਂ ਕਮਾਉਣਗੇ, ਪੈਸਾ ਕਿਵੇਂ ਕਮਾਉਣਗੇ ਜ਼ਿਆਦਾ। ਭੋਲਾ ਹੀ ਸੁਭਾਅ ਰਹਿ ਜਾਣਾ ਫਿਰ ਇਹਨਾਂ ਦਾ। ਹਾਂਜੀ। ਸਮਝ ਨਾ ਕੋ ਬਿਦ ਸੋਏ। ਕੋਈ ਸਮਝ ਹੀ ਨਹੀਂ ਇਹਨਾਂ ਨੂੰ ਆਉਣੀ, ਕੀ ਕਰਨਗੇ ਬਿਨਾਂ ਪੜ੍ਹਾਈ ਤੋਂ। ਹਾਂਜੀ। ਇਉ ਹਿਰਦੇ ਵਿਚਾਰਾ ਕਲ ਪੁਨ ਸਾਰਾ। ਇਹ ਵਿਚਾਰ ਕਰਕੇ ਨਾ ਤੇ ਸੋਚਦੇ ਵੀ ਕੱਲ ਜਦੋਂ ਦਿਨ ਚੜ੍ਹੇਗਾ ਲੈ ਜਾਵਾਂ ਸੁਤ ਕੋਏ। ਤੇ ਫਿਰ ਮੈਂ ਆਪਣੇ ਪੁੱਤਰ ਨੂੰ, ਭਾਵ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਮੈਂ ਫਿਰ ਪਾਂਧੇ ਦੇ ਕੋਲ ਲੈ ਕੇ ਜਾਵਾਂਗਾ। ਬੜਾ ਚਾਅ ਹੈ ਜੀ ਮਹਿਤਾ ਕਾਲੂ ਜੀ ਨੂੰ। ਅਸੀਂ ਵੀ ਵੇਖ ਲਈਏ ਬੱਚਿਆਂ ਨੂੰ ਸਕੂਲ ਪਾਉਣ ਦਾ ਕਿੰਨਾ ਚਾਅ ਹੁੰਦਾ ਜੀ ਮਾਂ ਪਿਓ ਨੂੰ। ਹਾਂਜੀ। ਜਬ ਭੀ ਪ੍ਰਭਾਤਾ ਲੈ ਕਰ ਤਾਤਾ। ਜਦੋਂ ਫਿਰ ਦਿਨ ਚੜ੍ਹਿਆ ਤੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਚੱਲਨੇ ਭਇਓ ਤਿਆਰ। ਤੇ ਫਿਰ ਪਿਤਾ ਜੀ ਤਿਆਰ ਹੋਏ ਵੀ ਨਾਲ ਲੈ ਕੇ ਜਾਈਏ, ਪਾਂਧੇ ਦੇ ਕੋਲ ਲੈ ਕੇ ਚੱਲੀਏ। ਅਸ਼ਤ ਭਰ ਥਾਰੀ ਬਹੁਰ ਸੁਪਾਰੀ। ਤੇ ਉਦੋਂ ਫਿਰ ਦੇਣਾ ਕੀ ਹੈ? ਹੁਣ ਤਾਂ ਵਾਹਿਗੁਰੂ ਮਿਹਰ ਕਰੇ, ਇਹ ਪੜ੍ਹਾਉਣ ਵਾਲਾ ਜਿਹੜਾ ਸਿਸਟਮ ਹੈ ਬੜਾ ਵੱਡਾ ਬਿਜ਼ਨਸ ਹੈ, ਲੁੱਟ ਹੈ। ਹਾਂਜੀ। ਪਹਿਲਾਂ ਹੀ 30-35 ਹਜ਼ਾਰ ਰੁਪਈਆ ਰਖਾਉਂਦੇ ਆ ਦਾਖਲ ਕਰਨ ਦਾ। ਉਦੋਂ ਕੀ ਹੁੰਦਾ ਸੀਗਾ? ਚੌਲਾਂ ਦਾ ਥਾਲ ਭਰ ਲਓ, ਉੱਤੇ ਗੁੜ ਰੱਖ ਲਓ, ਸੁਪਾਰੀ ਰੱਖ ਲਓ। ਉਹ ਪਿਤਾ ਜੀ ਨੇ ਇਸੇ ਤਰ੍ਹਾਂ ਕੀਤਾ, ਨਾਲ ਉਦਾਸ ਲੈ ਲਿਆ, ਚੌਲਾਂ ਦਾ ਥਾਲ ਭਰ ਲਿਆ, ਉੱਤੇ ਸੁਪਾਰੀ ਰੱਖ ਲਈ। ਹਾਂਜੀ। ਲੀਨੀ ਕਰ ਮਹਿ ਧਾਰ। ਉਹ ਹੱਥ 'ਚ ਫੜ ਲਿਆ ਇੱਕ ਪਾਸੇ ਦੀ, ਵੱਡਾ ਥਾਲ ਭਰ ਕੇ ਉੱਤੇ ਰੱਖ ਕੇ ਸੁਪਾਰੀ, ਗੁੜ ਦੀ ਭੇਲੀ ਕਹਿ ਲਓ, ਉਹ ਹੱਥ 'ਚ ਫੜ ਲਈ ਜੀ। ਹਾਂਜੀ। ਪਟ ਨਵ ਪਹਿਰਾਏ ਸੁਭਾਗ ਸੁਹਾਏ। ਇੱਧਰ ਹੁਣ ਆਪਣੇ ਮਾਲਕ ਵੱਲ ਵੇਖੀਏ,
ਸ੍ਰੀ ਗੁਰੂ ਨਾਨਕ ਸਾਹਿਬ ਦੀ ਗੱਲ। ਜਦੋਂ ਪਹਿਲੇ ਦਿਨ ਐਡਮਿਸ਼ਨ ਤੇ ਬੱਚੇ ਨੂੰ ਲੈ ਕੇ ਜਾਂਦੇ ਆ ਤੇ ਮਾਵਾਂ ਨਵੇਂ ਕੱਪੜੇ ਪਾਉਂਦੀਆਂ ਨੇ। ਮਾਤਾ ਤ੍ਰਿਪਤਾ ਜੀ ਨੇ ਵੀ ਪੱਟ ਨਵ ਪਹਿਰਾਏ, ਨਵੇਂ ਕੱਪੜੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪਾਏ। ਤੇ ਸੁਭਾਗ ਸੁਹਾਏ ਜਿਹੜੇ ਬੜੇ ਫੱਬਣ ਚੱਲਿਓ ਤਾਤ ਸੰਗ ਤਾਤ। ਤੇ ਫਿਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਚੱਲਿਓ ਤਾਤ ਸੰਗ ਤਾਤ, ਆਪਣੇ ਪਿਤਾ ਜੀ ਦੇ ਨਾਲ ਪੁੱਤਰ ਰੂਪ ਹੋ ਕੇ ਤੁਰ ਪਏ ਮਹਾਰਾਜ ਸੱਚੇ ਪਾਤਸ਼ਾਹ। ਹਾਂਜੀ, ਗਤ ਚੰਚਲ ਚਾਰੀ ਗਜ ਸੁਤ ਵਾਰੀ। ਕਹਿਣ ਲੱਗੇ ਜਦੋਂ ਤੁਰ ਰਹੇ ਆ ਨਾ ਸੱਚੇ ਪਾਤਸ਼ਾਹ, ਤੇ ਤੁਰਦੇ ਬੜੇ ਫੱਬਦੇ ਆ। ਗਤ ਚੰਚਲ ਚਾਰੀ, ਚਾਰੀ ਭਾਵ ਸੋਹਣੀ, ਤੇ ਗੱਜ ਸੁੱਤ ਵਾਰੀ ਪ੍ਰਮਾਣ ਦਿੰਦੇ ਆ। ਹਾਥੀ ਦਾ ਬੱਚਾ ਛੋਟਾ ਜਿਹੜਾ, ਜਿਹਦਾ ਕੱਦ ਛੋਟਾ ਹੁੰਦਾ, ਉਹ ਜਦੋਂ ਤੁਰਦਾ ਹੈ ਨਾ ਤੇ ਥੋੜਾ ਥੋੜਾ ਆਸੇ ਪਾਸੇ ਹੁੰਦਾ ਹੈ ਤੇ ਬੜਾ ਸੋਹਣਾ ਤੁਰਦਾ ਹੈ ਤੇ ਤੇਜ਼ ਤੇਜ਼ ਤੁਰਦਾ ਹੈ ਥੋੜਾ। ਕਹਿੰਦੇ ਮਹਾਰਾਜ ਦੀ ਤੋਰ ਵੀ ਸੱਚੇ ਪਾਤਸ਼ਾਹ ਜੀ ਦੀ ਐਸੀ ਹੈ, ਨਵੇਂ ਕੱਪੜੇ ਪਾਏ ਆ ਤੇ ਇਸ ਤਰੀਕੇ ਨਾਲ ਤੁਰ ਰਹੇ ਆ। ਹੀਰਤ ਹਰਖਤ ਮਾਤ। ਤੇ ਮਾਤਾ ਜੀ ਬੜੇ ਖੁਸ਼ ਹੁੰਦੇ, ਮਾਤਾ ਤ੍ਰਿਪਤਾ ਜੀ, ਵੀ ਅੱਜ ਮੇਰਾ ਪੁੱਤ ਫਿਰ ਪੜਨ ਚੱਲਾ ਹੈ। ਹਾਂਜੀ, ਜਲ ਜਾਤ ਸੇ ਹੈ ਪਦ ਜਾਤ ਚਲੇ। ਕਹਿਣ ਲੱਗੇ ਕਮਲ ਫੁੱਲ ਸਰੀਖੇ, ਚਰਨ ਕਮਲ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਬੜੇ ਸੋਹਣੇ ਹੈ। ਤੇ ਫਿਰ ਤੁਰੇ ਜਾਂਦੇ ਆ ਸੱਚੇ ਪਾਤਸ਼ਾਹ ਪਿਤਾ ਜੀ ਦੇ ਨਾਲ। ਹਾਂਜੀ, ਗਹਿਤਾਤ ਕਰਾਂ ਗੁਰ ਹਾਥ ਉਚਾਈ। ਤੇ ਮਹਾਰਾਜ ਨੇ ਪਤਾ ਕੀ ਕੀਤਾ ਸੱਚੇ ਪਾਤਸ਼ਾਹ ਜੀ ਨੇ? ਗਹਿਤਾਤ ਕਰਾਂਗੁਲ ਹਾਥ ਉਚਾਈ, ਪਿਤਾ ਜੀ ਦੀ ਉਂਗਲ ਫੜੀ ਹੋਈ ਹੈ। ਗੱਜ ਕੇ ਆਖੋ, ਪਿਤਾ ਜੀ ਦੀ ਉਂਗਲ ਫੜੀ। ਤੇ ਫਿਰ ਉਂਗਲ ਫੜਨ ਵਾਸਤੇ ਆਪਣੀ ਬਾਂਹ ਵੀ ਤੇ ਉੱਤੇ ਕਰਨੀ ਪੈਣੀ ਸੀ ਨਾ। ਕਹਿੰਦੇ ਇੰਜ ਬਾਂਹ ਕੀਤੀ ਹੈ, ਨਾਲ ਪਿਤਾ ਜੀ ਦੀ ਉਂਗਲ ਫੜੀ ਹੈ ਤੇ ਨਾਲ ਨਾਲ ਤੁਰ ਰਹੇ ਨੇ। ਹਾਂਜੀ, ਕਰ ਕੰਕਨ ਸਿਉ ਕਟ ਕਿੰਨਨ ਹੈ। ਇਹ ਹੱਥ ਵਿੱਚ ਨਾ ਉਹ ਸੋਨੇ ਦਾ ਕੜਾ ਪਾਇਆ ਵੇਖ ਰਿਹਾ। ਜਦੋਂ ਇਸ ਤਰ੍ਹਾਂ ਹੱਥ ਕੀਤਾ ਨਾ ਤਾਂ ਉਂਗਲ ਫੜੀ ਹੈ, ਸੋਨੇ ਦਾ ਕੜਾ ਪਾਇਆ ਵੇਖਦਾ। ਕਲ ਕੁੰਡਲ ਲੋਲਕ ਪੋਲਨ ਚਾਈ। ਤੇ ਫਿਰ ਲੱਕ ਨਾਲ ਘੁੰਗਰੂਆਂ ਵਾਲੀ ਤੜਾਗੀ ਵੀ ਬੱਧੀ ਹੋਈ ਹੈ। ਬੜਾ ਬੜਾ ਚਿਰ ਮਾਵਾਂ ਬੰਨਦੀਆਂ ਹੁੰਦੀਆਂ ਸੀਗੀਆਂ ਜੀ। ਹਾਂਜੀ, ਦਲ ਲੋਚਨ ਕੰਜ ਵਿਸਾਲ ਭਲੇ। ਹਾਂਜੀ, ਸਿਰ ਪੈ ਉਸ ਕੀਨੇ ਨੀਕ ਬਣਾਈ। ਸਿਰ ਪੈ ਉਸ ਨੀਕਾ ਹੈ ਨੀਕ ਬਣਾਈ। ਤੇ ਮਾਤਾ ਤ੍ਰਿਪਤਾ ਜੀ ਨੇ ਪਤਾ ਕੀ ਕੀਤਾ? ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸੀਸ ਤੇ ਇੱਕ ਬੜੀ ਸੋਹਣੀ ਤੇ ਛੋਟੀ ਜੀ ਦਸਤਾਰ ਵੀ ਸਜਾਈ ਹੋਈ ਹੈ ਜੀ। ਵੇਖ ਲਓ, ਮਹਾਰਾਜ ਨੇ ਉਦੋਂ ਹੀ ਇਹ ਕਾਰਜ ਆਰੰਭ ਕਰ ਦਿੱਤਾ। ਚਿੱਤਰ ਬਣਾਉਣ ਵਾਲੇ ਚਲੋ ਆਪਣੀ ਬੁੱਧੀ ਅਨੁਸਾਰ ਬਣਾਉਂਦੇ ਆ। ਉਹਦੇ ਵਿੱਚ ਕੀ ਵਿਖਾ ਦਿੰਦੇ ਆ? ਮਹਾਰਾਜ ਦੇ ਬਚਪਨ ਦੇ ਚਿੱਤਰਾਂ ਵਿੱਚ ਮਹਾਰਾਜ ਦੇ ਕੇਸਾਂ ਤੇ ਦਸਤਾਰ ਨਹੀਂ ਵਿਖਾਉਂਦੇ, ਪਰ ਗੁਰੂ ਨਾਨਕ ਸਾਹਿਬ ਜੀ ਦੇ ਸੀਸ ਤੇ ਦਸਤਾਰ ਸੱਜੀ ਹੋਈ ਹੈ ਮਹਾਰਾਜ ਗਰੀਬ ਨਵਾਜ ਜੀ ਦੇ। ਸਿਰ ਪੈ ਉਸ ਨੀਕ ਹੈ ਨੀਕ ਬਣਾਈ, ਸਿਰ ਤੇ ਛੋਟੀ ਇੱਕ ਦਸਤਾਰ ਸਜਾਈ ਹੋਈ ਹੈ। ਹਾਂਜੀ, ਚਟਸਾਰ ਜਹਾਤ ਚਾਰ ਬਣੀ। ਤੇ ਫਿਰ ਜਿੱਥੇ ਚਟਸਾਰ ਭਾਵ ਵਿਦਿਆਲਾ ਬਣਿਆ ਹੋਇਆ ਬੜਾ ਸੋਹਣਾ, ਬਹੁ ਬਾਰਕ ਬਾਰਹ ਬਾਰ ਅਲਾਈ। ਤੇ ਫਿਰ ਨਾ ਦੂਰੋਂ ਹੀ ਪਤਾ ਲੱਗ ਜਾਂਦਾ ਸੀ ਵੀ ਲਾਗੇ ਸਕੂਲ ਹੈ, ਚਟਸਾਲ ਹੈ। ਕਿਉਂ? ਉਹ ਬੱਚੇ ਪਹਾੜੇ ਜੂ ਪੜ੍ਹ ਰਹੇ ਸੀਗੇ ਉੱਥੇ ਜੀ। ਬਹੁ ਬਾਰਕ ਬਾਰਹ ਬਾਰ ਅਲਾਈ, ਬਾਰ ਬਾਰ ਉੱਥੇ ਬੱਚੇ ਪਹਾੜੇ ਪੜ੍ਹ ਰਹੇ ਸਨ। ਇਹੋ ਹੀ ਮੇਨ ਪੜ੍ਹਾਈ ਹੁੰਦੀ ਸੀਗੀ ਜੀ। ਤੁਹਾਡੇ ਵਿੱਚ ਬਜ਼ੁਰਗ ਬੈਠੇ ਆ ਸਿਆਣੇ, ਜਿਹੜੇ ਪੁਰਾਣੇ ਸਕੂਲਾਂ ਵਿੱਚ ਪੜ੍ਹੇ ਆ। ਕੀ ਕੰਮ ਹੁੰਦਾ ਸੀਗਾ? ਆਉਣ ਲੱਗਿਆਂ ਵੀ ਪਹਾੜੇ, ਤੇ ਜਦੋਂ ਫਿਰ ਛੁੱਟੀ ਹੋਣ ਲੱਗਦੀ ਸੀ ਉਦੋਂ ਵੀ ਪਹਾੜੇ ਹੀ ਚੱਲਦੇ ਹੁੰਦੇ ਸੀਗੇ। ਤੇ ਉਹ ਜਦੋਂ ਸਾਰੇ ਦਿਨ ਤੋਂ ਬਾਅਦ ਪਹਾੜੇ ਸ਼ੁਰੂ ਕਰਨੇ ਨਾ ਮੈਡਮ ਨੇ, ਤੇ ਬੱਚਿਆਂ ਅੰਦਾਜ਼ਾ ਲਾ ਦੇਣਾ ਵੀ ਛੁੱਟੀ ਦਾ ਟਾਈਮ ਹੋ ਗਿਆ, ਹੁਣ ਛੁੱਟੀ ਮਿਲ ਜਾਣੀ ਹੈ ਸਾਨੂੰ। ਪਹਾੜੇ ਹੀ ਚੱਲਦੇ ਹੁੰਦੇ ਸੀ, ਪਰ ਉਹਦੇ ਵਿੱਚ ਰਾਜ ਬਹੁਤ ਵੱਡਾ। ਉਹ ਅਸਲ ਵਿੱਚ ਅੱਜ ਵੀ
ਉਹ ਪਹਾੜੇ ਬਜ਼ੁਰਗ ਨੂੰ ਪੁੱਛ ਲਓ ਨਾ, ਤੇ ਬਜ਼ੁਰਗ ਦੇ ਅੰਦਰ ਵਸੇ ਹੋਣੇ ਜੀ। 1 ਦੂਣੀ ਦੂਣੀ, 2 ਦੂਣੀ 4, ਅੱਜ ਵੀ ਵਸੇ ਹੋਣੇ। ਤੇ ਸੰਗਤ ਵਿੱਚ ਕੀ ਹੁੰਦਾ, ਜਦੋਂ ਸਾਰੇ ਇਕੱਠੇ ਹੋ ਕੇ ਜਪਦੇ ਵਾਹਿਗੁਰੂ, ਤੇ ਇਹ ਵੀ ਜਮਾਤ ਹੈ। ਫਿਰ ਜਦੋਂ ਫਿਰ ਬਾਰ-ਬਾਰ ਬੋਲਦੇ ਆ ਨਾ, ਬਾਰ-ਬਾਰ ਅਭਿਆਸ ਕਰਦੇ ਆ, ਤੇ ਫਿਰ ਜਿਹੜਾ ਨਾਮ ਹੈ ਨਾ, ਫਿਰ ਇਹ ਵੀ ਹੌਲੀ ਹੌਲੀ ਅੰਦਰ ਜਾਂਦਾ ਹੈ ਬੰਦੇ ਦੇ ਜੀ। ਜੇ ਪਹਾੜੇ ਜਾ ਸਕਦੇ ਆ ਤੇ ਨਾਮ ਕਿਉਂ ਨਹੀਂ ਜਾ ਸਕਦਾ? ਨਾਮ ਕਿਉਂ ਨਹੀਂ ਅੰਦਰ ਜਾ ਸਕਦਾ? ਇਹ ਵੀ ਜਾ ਸਕਦਾ। ਉਥੇ ਦੂਰੋਂ ਹੀ ਰੌਲਾ ਆਵੇ ਪਹਾੜਿਆਂ ਦਾ। ਹਾਂਜੀ। ਦੋਹਰਾ ਵੈਸੇ ਪਾਦੇ ਪਾਸ ਤਬ, ਸ੍ਰੀ ਨਾਨਕ ਸੁਖ ਕੰਦ। ਤੇ ਹਜੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਹੁੰਚ ਗਏ ਹੈ ਚਟਸਾਲ ਦੇ ਅੰਦਰ, ਪੜਨ ਵਾਲੀ ਥਾਂ ਤੇ ਸਾਧ ਸੰਗਤ ਜੀ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਪਾਂਦੇ ਦੇ ਕੋਲ ਬੈਠੇ, ਸੁੱਖਾਂ ਦੇ ਘਰ ਸੱਚੇ ਪਾਤਸ਼ਾਹ। ਪਾਂਦੇ ਨੇ ਅਜੇ ਧਿਆਨ ਨਹੀਂ ਦਿੱਤਾ, ਉਹਦਾ ਧਿਆਨ ਦੂਜੇ ਬਾਲਕਾਂ ਵੱਲ ਸੀਗਾ। ਤੇ ਫਿਰ ਜਦੋਂ ਮਹਾਰਾਜ ਗਰੀਬ ਨਵਾਜ ਜੀ ਵੱਲ ਵੇਖਦਾ ਹੈ ਨਾ, ਦਰਸ਼ਨ ਕਰਦਾ, ਉਹ ਸੁਣੋ, ਬਾਰ ਕਰਵ ਸਾਹੇਰ ਕਰ। ਤੇ ਪਤਾ ਕੀ ਵੇਖਦਾ, ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਵੱਲ ਗੋਪਾਲ ਪਾਂਦਾ ਦੇਖਦਾ, ਤੇ ਉਹ ਮਹਾਰਾਜ ਦਾ ਜਦੋਂ ਚਿਹਰਾ ਦੇਖਿਆ, ਤੇ ਸੂਰਜ ਵਰਗਾ ਪ੍ਰਤਾਪ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਉੱਤੇ ਹੈ ਜੀ, ਸੂਰਜ ਵਰਗਾ। ਬਾਰਕ ਰਬ ਸਾਹੇਰ ਕਰ, ਰਬ ਨਾਮ ਸੂਰਜ ਦਾ ਹੈ, ਸੂਰਜ ਵਰਗਾ ਪ੍ਰਤਾਪ। ਜਿਵੇਂ ਸੂਰਜ ਵੱਲ ਫਿਰ ਸਿੱਧੇ ਮੁੱਖ ਨਹੀਂ ਨਾ ਦੇਖਿਆ ਜਾਂਦਾ, ਕੋਈ ਬੰਦਾ ਲਗਾਤਾਰ ਸੂਰਜ ਵੱਲ ਨਹੀਂ ਦੇਖ ਸਕਦਾ, ਐਸਾ ਪ੍ਰਤਾਪ ਮੇਰੇ ਸਤਿਗੁਰੂ ਜੀ ਦੇ ਮੁੱਖ ਮੰਡਲ ਦੇ ਉੱਤੇ ਹੈ। ਕੀ ਮਜਾਲ ਹੈ ਕਿਸੇ ਦੀ ਕੋਈ ਸਿੱਧੇ ਮੁਖ ਗੁਰੂ ਨਾਨਕ ਸਾਹਿਬ ਜੀ ਵੱਲ ਵੇਖ ਲਵੇ। ਹਾਂ, ਜਿਹਦੇ ਤੇ ਕਿਰਪਾ ਕਰਦੇ ਆ ਉਹ ਹੀ ਵੇਖ ਸਕਦਾ ਹੈ, ਦੂਜਾ ਨਹੀਂ ਦੇਖ ਸਕਦਾ। ਹਾਂਜੀ। ਜਨ ਅਰਬਿੰਦ ਆਨੰਦ। ਤੇ ਫਿਰ ਕੀ ਸੀ, ਜਦੋਂ ਉਹਨੇ ਮਹਾਰਾਜ ਜੀ ਦੇ ਚਿਹਰੇ ਦੇ ਦਰਸ਼ਨ ਕੀਤੇ, ਮਹਾਰਾਜ ਜੀ ਦੇ ਚਿਹਰੇ ਦਾ ਜਾਹੋ ਜਲਾਲ ਤੱਕਿਆ, ਪ੍ਰਤਾਪ ਤੱਕਿਆ, ਤੇ ਸਾਧ ਸੰਗਤ ਜੀ ਦੱਸਦੇ ਆ, ਕਹਿੰਦੇ ਫਿਰ ਉਹ ਆਨੰਦਿਤ ਹੀ ਹੋ ਗਏ, ਖੇੜੇ ਗਏ। ਕਿਵੇਂ ਖਿੜੇ ਆ? ਪ੍ਰੋਹਤ ਜੀ ਵਾਹਿਗੁਰੂ ਪਾਂਦਾ ਜੀ ਇੱਕਦਮ ਹੀ ਖੁਸ਼ ਹੋ ਗਏ। ਕਿਵੇਂ ਖਿੜੇ ਆ? ਜਿਵੇਂ ਕਮਲ ਫੁੱਲ ਖਿੜਦਾ ਸੂਰਜ ਦੀ ਰੋਸ਼ਨੀ ਪੈਣ ਦਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਸੂਰਜ ਵੱਤ ਹੋ ਕੇ ਉਹਦੇ ਕੋਲ ਗਏ ਆ, ਉਹ ਕਮਲ ਦੀ ਨਿਆਈ ਹੈ, ਮਹਾਰਾਜ ਨੇ ਖੇੜ ਦਿੱਤਾ ਜੀ ਉਹਨੂੰ ਜੀ। ਹਾਂਜੀ। ਕਾਲੂ ਕਹੇ ਪਾਦਾ ਸੁਨ ਨਾਨਕ ਹਮਾਰੋ ਸੂਨ। ਹੁਣ ਫਿਰ ਗੱਲ ਸ਼ੁਰੂ ਕੀਤੀ ਹੈ। ਪਿਤਾ ਜੀ ਕਹਿਣ ਲੱਗੇ, ਪਾਂਦੇ ਇਹ ਸਾਡਾ ਮੇਰਾ ਪੁੱਤਰ ਹੈ, ਨਾਨਕ ਨਾਮ ਹੈ। ਹਾਂਜੀ। ਜਾ ਕੋ ਤੂੰ ਪੜਾਏ ਗੁਣ ਦੀਜੇ ਨਿਜ ਹੇਤ ਸਿਓ। ਤੇ ਇਹਨਾਂ ਨੂੰ ਪੜਾਓ, ਜਾਂ ਕੋ ਤੂੰ ਪੜਾਏ ਗੁਣ ਦੀਜਾ ਨਿਜ ਹੇਤ ਸੋ। ਨਿੱਜੀ ਧਿਆਨ ਦੇ ਕੇ, ਖਾਸ ਧਿਆਨ ਦੇਣਾ। ਹਰ ਮਾਂ ਪਿਓ ਚਾਹੁੰਦਾ ਹੈ ਵੀ ਮੈਡਮ ਜਿਹੜੀ ਹੈ, ਅਧਿਆਪਕ ਜਿਹੜਾ ਹੈ, ਮੇਰੇ ਬੱਚੇ ਵੱਲ ਹੀ ਵਿਸ਼ੇਸ਼ ਧਿਆਨ ਰੱਖੇ। ਕਹਿਣ ਲੱਗੇ ਵਿਸ਼ੇਸ਼ ਧਿਆਨ ਦੇ ਕੇ ਫਿਰ ਪੜਾਉਣਾ ਹੈ। ਹਾਂਜੀ। ਦਿਉ ਮੈਂ ਉਪਾਇਨ ਗੁਨਾਇਨ ਸੋ ਹੋਏ ਜਬ। ਤੇ ਜਦੋਂ ਮੇਰਾ ਪੁੱਤਰ ਹੋ ਗਿਆ ਨਾ ਗੁਣੀ, ਖੂਬ ਆ ਗਏ ਪਹਾੜੇ, ਲੇਖਾ ਜੋਖਾ ਆ ਗਿਆ, ਤੇ ਮੈਂ ਖੂਬ ਭੇਟਾਵਾਂ ਦਿਆਂਗਾ ਤੁਹਾਨੂੰ। ਹਾਂਜੀ। ਏਕ ਦੋ ਹਾਇਨ ਮੈਂ ਕੀਜੀਏ ਸੁਚੇਤ ਸਿਓ। ਤੇ ਨਾਲ ਹੀ ਫਿਰ ਕਹਿਣ ਲੱਗੇ ਏਕ ਦੋ ਹਾਇਨ ਮੈਂ, ਥੋੜੇ ਸਮੇਂ ਵਿੱਚ ਹੀ ਏਕ ਦੋ ਹਾਇਨ, ਹਾਇਨ ਕਹਿੰਦੇ ਸਾਲ ਨੂੰ, 1-2 ਸਾਲਾਂ ਵਿੱਚ ਹੀ ਸਾਰਾ ਕੁਝ ਪੜ੍ਹਾ ਦਿਓ, ਕਹਿਣ ਲੱਗੇ। ਹਾਂਜੀ। ਐਸੇ ਮੁਖ ਭਾਖ ਅਬ ਲਾਖ ਹੈ ਪੜਾਵੜ ਕੀ। ਇਸ ਤਰੀਕੇ ਨਾਲ ਮਹਿਤਾ ਕਾਲੂ ਜੀ, ਪ੍ਰੋਹਤ ਜੀ, ਵਾਹਿਗੁਰੂ ਪਾਂਧਾ ਜੀ ਨੂੰ ਕਹਿੰਦੇ ਆ, ਜਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਵੀ ਪਿਤਾ ਜੀ ਦੀ ਪੜਾਉਣ ਦੀ ਇੱਛਾ ਬਹੁਤ ਜ਼ਿਆਦਾ ਹੈ। ਹਾਂਜੀ। ਸੌਂਪ ਕਰ ਆਤਮਜ ਗਵਨਿਓ ਨਕੇਤ ਸਿਓ। ਤੇ ਫਿਰ ਪਾਂਧਾ ਜੀ ਨੂੰ ਉਂਗਲ ਫੜਾ ਦਿੱਤੀ ਮਹਾਰਾਜ ਜੀ, ਕਹਿੰਦੇ ਲਓ ਹੁਣ ਬਾਅਦ ਦੁਪਹਿਰ ਆ ਕੇ ਲੈ ਕੇ ਜਾਵਾਂਗੇ, ਤੇ ਇਹ ਹੁਣ ਸਾਂਭੋ ਤੁਸੀਂ ਇਹਨਾਂ ਨੂੰ। ਇਹ ਕਹਿ ਕੇ
ਆਪ ਘਰ ਨੂੰ ਚਲੇ ਗਏ, ਆਪਣੇ ਕਾਰ ਵਿਹਾਰ ਤੇ ਚਲੇ ਗਏ। ਤੇ ਮਹਾਰਾਜ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਪਾਂਧਾ ਜੀ ਦੇ ਕੋਲ ਬੈਠ ਗਏ ਹਨ। ਪਦ ਅਹਿਲਾਦ ਕੈ ਮਹੂਰਤ ਕੋ ਸਾਧਕ। ਪਾਂਧਾ ਜੀ ਨੂੰ ਬੜੀ ਖੁਸ਼ੀ ਹੈ, ਕਾਰਨ ਵੀ ਮਹਿਤਾ ਕਾਲੂ ਜੀ ਕਹਿ ਕੇ ਗਏ ਆ ਵੀ 1-2 ਸਾਲਾਂ 'ਚ ਸਾਰਾ ਪੜ੍ਹਾ ਦਿਓ ਤੇ ਮੈਂ ਖੂਬ ਧਨ ਦਿਆਂਗਾ, ਪਦਾਰਥ ਦੇਵਾਂਗਾ। ਤੇ ਉਹਨਾਂ ਨੂੰ ਪਤਾ ਹੈ ਵੀ ਅਮੀਰ ਨੇ, ਮਾਇਆ ਦੀ ਕਮੀ ਨਹੀਂ ਹੈ। ਪਾਂਧਾ ਜੀ ਬੜੇ ਖੁਸ਼ ਹੋਏ ਆ, ਮਹੂਰਤ ਨੂੰ ਸਾਧਿਆ ਹੈ। ਸਰਸਤਵਤੀ ਅਰਾਧਕੈ ਜੋ ਸਭੇ ਮਤ ਦੇਤ ਤੇ ਸਿਓ। ਆਪਣੀ ਮਰਿਆਦਾ ਅਨੁਸਾਰ ਵਿਦਿਆ ਦੀ ਦੇਵੀ ਸਰਸਵਤੀ ਨੂੰ ਪਹਿਲਾਂ ਅਰਾਧਿਆ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਸਾਹਮਣੇ ਬਿਠਾ ਕੇ ਤੇ ਫਿਰ ਵਿਦਿਆ ਦੇਣੀ ਸ਼ੁਰੂ ਕੀਤੀ ਹੈ। ਸੰਖਿਆ ਕੋ ਜੋ ਆਦਿ ਸਿਓ ਸਿਖਾਵਨ ਕੀ ਸੀਖ ਦੇਤ। ਸੰਖਿਆ ਕੋ ਜੋ ਆਦਿ ਸੋ, ਕਹਿੰਦੇ ਵੇਖੋ ਪਾਂਧਾ ਜੀ ਉਹਨਾਂ ਨੂੰ ਗਿਣਤੀ ਸਿਖਾ ਰਹੇ ਨੇ ਜਿਹੜੇ ਗਿਣਤੀ ਦੀ ਵੀ ਸ਼ੁਰੂਆਤ ਨੇ। ਗੱਜ ਕੇ ਆਖੋ, ਗੱਜ ਕੇ, ਹੋਰ ਗੱਜ ਕੇ। ਜਿਹੜੇ ਗਿਣਤੀ ਦੀ ਸ਼ੁਰੂਆਤ ਨੇ, ਗਿਣਤੀ ਦਾ ਵੀ ਆਦ ਨੇ, ਮੁੱਢ ਨੇ, ਸ਼ੁਰੂਆਤ ਨੇ, ਉਹਨਾਂ ਨੂੰ ਗਿਣਤੀ ਪੜਾਉਣੀ ਸ਼ੁਰੂ ਕੀਤੀ ਦੀ ਉਹਨੇ। ਹਾਂਜੀ, ਸਿਖਾਵਨ ਕੀ ਸੀਖ ਦੇਤ। ਸੰਖਿਆ ਤੇ ਅਸੰਖ ਤਾਂ ਕੋ ਸੰਖਿਆ ਕੋ ਸਿਖਾਵਈ। ਕਹਿਣ ਲੱਗੇ ਜਿਹੜੇ ਹੈ ਹੀ ਅਸੰਖ ਰੂਪ ਹੋ ਕੇ ਸੰਸਾਰ ਵਿੱਚ ਵਿਚਰੇ ਹੋਏ, ਵਾਹਿਗੁਰੂ ਵਿਚਰ ਰਹੇ ਨੇ, ਪਰਮੇਸ਼ਰ ਸਵਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਅਸੰਖ ਸੱਚੇ ਪਾਤਸ਼ਾਹ ਜੀ ਨੂੰ ਸੰਖਿਆ ਸਿਖਾਉਣੀ ਸ਼ੁਰੂ ਕੀਤੀ ਹੈ, ਗਿਣਤੀ ਸਿਖਾਉਣੀ ਸ਼ੁਰੂ ਕੀਤੀ ਹੈ। ਉਹ ਪਹਿਲਾਂ ਤੇ ਇਹੋ ਹੀ ਕੰਮ ਹੈ ਨਾ, 1 2 3 ਗਿਣਤੀ ਸਿਖਾਉਣੀ ਹੈ। ਤੇ ਹੁਣ ਢਿੱਲ 1 2 3 4 5 ਤੇ ਨਾ ਬੋਲਣਾ ਆਉਂਦਾ ਹੋਵੇ, 1 2 ਜ਼ਰੂਰ ਬੋਲਣਾ ਆਉਂਦਾ ਹੈ ਜੀ। ਆਪਣੀ ਭਾਸ਼ਾ ਜਿਹੜੀ ਹੈ ਨਾ, ਸਾਡੀ ਆਪਣੀ ਗਿਣਤੀ ਉਹ ਛੱਡੀ ਹੋਈ ਹੈ। ਬੱਚਿਆਂ ਨੂੰ ਪੁੱਛੋ ਵੀ 5 ਤੇ 5 ਦੇ ਜੋੜ ਨੂੰ ਕੀ ਕਹਿੰਦੇ ਆ? 55 ਨਹੀਂ ਕਹਿਣਗੇ, 55 ਕਹਿਣਗੇ। ਕਿਉਂ? ਆਪਣੀ ਬੋਲੀ ਨਹੀਂ ਆਉਂਦੀ, ਆਪਣੇ ਬਾਰੇ ਪਤਾ ਨਹੀਂ ਲੱਗਦਾ। ਉਹ ਫਿਰ ਅਸੰਖਿਆ ਤੋਂ ਵਾਹਿਗੁਰੂ ਸੰਖਿਆ ਤੋਂ ਰਹਿਤ ਸੱਚੇ ਪਾਤਸ਼ਾਹ ਜੀ ਨੂੰ ਸੰਖਿਆ ਸਿਖਾਉਣੀ ਸ਼ੁਰੂ ਕੀਤੀ ਹੈ। ਜਨਕ ਬਸਾਏ ਗਇਓ ਤਾਂ ਤੇ ਮਾਨ ਕਹਿਓ। ਹਾਂਜੀ, ਪੜਿਆਨ ਬਾਕ ਜੈਸੇ ਪਾਦਾ ਸੋ ਪੜਾਵਈ। ਹੁਣ ਪਹਿਲਾ ਦਿਨ ਹੈ, ਸੱਚੇ ਪਾਤਸ਼ਾਹ ਨੇ ਪਹਿਲੇ ਦਿਨ ਆਖਿਆ ਵੀ ਚਲੋ ਅੱਜ ਕੀ ਪਾਂਧਾ ਜੀ ਨੂੰ ਕਹਿਣਾ। ਪਹਿਲੇ ਦਿਨ ਜੋ ਪਾਂਧਾ ਜੀ ਨੇ ਪੜਾਇਆ, ਗੁਰੂ ਨਾਨਕ ਸਾਹਿਬ ਮਹਾਰਾਜ ਉਵੇਂ ਉਵੇਂ ਬੋਲਦੇ ਗਏ ਜੀ। 1 1 2 ਬੋਲੋ, ਮਹਾਰਾਜ 2 ਬੋਲ ਗਏ। ਜਿਵੇਂ ਜਿਵੇਂ ਪਾਂਧਾ ਜੀ ਕਹਿੰਦੇ ਆ ਉਵੇਂ ਉਵੇਂ ਮਹਾਰਾਜ ਸੱਚੇ ਪਾਤਸ਼ਾਹ ਮੁਖੋਂ ਉਚਾਰਦੇ ਆ। ਦਸਤਾਰ ਸਜਾਈ ਹੈ, ਮਹਾਰਾਜ ਦਾ ਗੋਲ ਚਿਹਰਾ, ਐ ਬੜੇ ਫੱਬਣ ਸੱਚੇ ਪਾਤਸ਼ਾਹ। ਜਾਨ ਮਤਵਾਨ ਅਪਰਮਾਨ ਹਰ ਖਾਨ ਮਨ। ਉਹ ਪਾਂਧਾ ਜੀ ਨੇ ਵੇਖ ਲਿਆ, ਅਧਿਆਪਕ ਅੰਦਾਜ਼ਾ ਲਾ ਹੀ ਲੈਂਦਾ। ਪਾਂਧਾ ਜੀ ਨੇ ਵੇਖਿਆ ਵੀ ਇਹ ਤੇ ਬੜਾ ਹੁਸ਼ਿਆਰ ਬਾਲਕ ਹੈ, ਬੜਾ ਸਿਆਣਾ ਹੈ, ਇਹ ਤੇ ਅਪਰਮਾਨ ਹੈ, ਸਿਆਣਿਆਂ ਤੋਂ ਵੀ ਸਿਆਣਾ ਹੈ। ਹਾਂਜੀ, ਕੀਨੋ ਅਨੁਮਾਨ ਇਹ ਦੇਰ ਨਾ ਲਗਾਵਈ। ਤੇ ਫਿਰ ਉਹਨਾਂ ਅਨੁਮਾਨ ਲਾ ਹੀ ਲਿਆ ਵੀ ਇਹਨੂੰ ਦੇਰ ਨਹੀਂ ਲੱਗਣੀ ਪੜਨ ਲੱਗੇ, ਇਹਨੇ ਛੇਤੀ ਪੜ ਜਾਣਾ। ਹਾਂਜੀ, ਪੜੈ ਤਤਕਾਲ ਧਨ ਪਾਏ ਹੋਂ ਬਿਸਾਲ। ਤੇ ਫਿਰ ਪਤਾ ਪਾਂਧਾ ਜੀ ਕੀ ਸੋਚਦੇ ਆ? ਕਹਿੰਦੇ ਲੈ ਇਹਨੇ ਛੇਤੀ ਪੜ ਜਾਣਾ, ਤੇ ਜਿੰਨੀ ਛੇਤੀ ਪੜਨਗੇ ਓਨੀ ਛੇਤੀ ਮੈਨੂੰ ਧਨ ਮਿਲੇਗਾ। ਤੇ ਮੈਂ ਮਹਿਤਾ ਕਾਲੂ ਨੂੰ ਕਹਿਣਾ ਮਿਹਨਤ ਬੜੀ ਲਵਾਈ ਆ, ਜ਼ਿਆਦਾ ਦੇ ਧਨ ਪਾਏ ਹੋਂ ਵਿਸਾਲ। ਜ਼ਿਆਦੀ ਮਾਇਆ ਮੰਗਾਂਗਾ, ਜ਼ਿਆਦੀ ਮਾਇਆ ਲਵਾਂਗਾ, ਜ਼ਿਆਦੀ ਮਾਇਆ ਮਿਲੇਗੀ। ਹਾਂਜੀ, ਬਾਲ ਭਲੋ ਮਤ ਸਾਲ ਤੁਲ ਜਾਕੀ ਕੋ ਨਾ ਪਾਵਈ। ਇਹ ਬਾਲ ਤੇ ਮਤ ਸਾਲ ਹੀ ਹੈ, ਬੁੱਧੀ ਦਾ ਘਰ ਹੀ ਹੈ। ਇਹਦੇ ਵਰਗਾ ਹੋਰ ਬਾਲਕ ਤਾਂ ਦਿਸਦਾ ਹੀ ਕੋਈ ਨਹੀਂ। ਜੋ ਪੜਾਇਆ ਉਸੇ ਵੇਲੇ ਯਾਦ, ਪਹਾੜਾ ਤੇ ਉਹ ਵੀ ਉਸੇ ਵੇਲੇ ਯਾਦ। ਕਮਾਲ ਕਰ ਦਿੱਤੀ। ਹਾਂਜੀ, ਇੱਕ ਦਿਨ ਸਾਰੋ ਪੜਿਓ ਪਾਦੇ ਸੋ ਉਚਾਰੇ। ਇੱਕ ਦਿਨ ਸਾਰੋ ਪੜਿਓ ਪਾਂਦੇ ਜੋ ਉਚਾਰੇ ਬੈਨ। ਇੱਕ ਦਿਨ ਫਿਰ ਮਹਾਰਾਜ ਨੇ ਸਾਰੀ ਪੜ੍ਹਾਈ ਉਵੇਂ ਪੜ੍ਹੀ ਜਿਵੇਂ ਗੋਪਾਲ ਪਾਂਧਾ ਜੀ ਨੇ ਕਿਹਾ। ਇਹ ਵੀ ਮਹਾਰਾਜ ਦੀ ਲੀਲਾ ਹੈ।
ਵੀ ਕੱਲ ਨੂੰ ਤੇ ਬ੍ਰਹਮ ਗਿਆਨ ਸ਼ੁਰੂ ਕਰ ਦੇਣਾ ਹੈ ਨਾ। ਤੇ ਐਸੀ ਗੱਲ ਵੀ ਪਾਂਦੇ ਨੂੰ ਭੁਲੇਖਾ ਨਾ ਕਿਤੇ ਰਹਿ ਜਾਵੇ ਵੀ ਪੜ੍ਹਨਾ ਨਹੀਂ ਆਉਂਦਾ ਜਾਂ ਪੜ੍ਹ ਨਹੀਂ ਸਕਦੇ। ਹਾਂਜੀ। ਸਾਂਝ ਭਈ ਐਨ ਆਏ ਅਜਰ ਸੋ ਸੁਹਾਇਓ ਹੈ। ਤੇ ਸਾਧ ਸੰਗਤ ਜੀ ਸਾਂਝ ਸ਼ਾਮ ਪੈ ਗਈ ਤੇ ਪਿਤਾ ਜੀ ਲੈ ਆਏ ਜੀ। ਹਾਂਜੀ। ਹੀਰ ਹਰ ਖਾਏ ਮਾਏ ਅੰਕ ਮੈਂ ਵਸਾਏ ਲਏ। ਤੇ ਮਾਤਾ ਤ੍ਰਿਪਤਾ ਜੀ ਨੇ ਵੇਖਿਆ ਪੁੱਤਰ ਪੜ੍ਹ ਕੇ ਆਇਆ ਹੈ, ਉਸੇ ਵੇਲੇ ਚਾਅ ਕੀਤਾ, ਆਪਣੀ ਗੋਦ ਵਿੱਚ ਬਿਠਾਇਆ ਮੇਰੇ ਸਤਿਗੁਰੂ ਜੀ ਨੂੰ। ਬੂਝਿਓ ਪੜਿਓ ਕੈਸੇ ਐੜਾ ਆਨਣ ਆਲਿਓ ਹੈ। ਬੂਝਿਓ ਪੜਿਓ ਕੈਸੇ ਪੈੜਾ ਆਨਣ ਆਲਿਓ ਆਨਨ ਅਲਾਇਓ ਹੈ। ਕਮਾਲ ਕੀਤੀ ਮਹਾਰਾਜ ਨੇ। ਮਾਤਾ ਜੀ ਪੁੱਛਦੇ ਫਿਰ ਕੀ ਪੜਿਆ ਅੱਜ? ਤੇ ਪੈੜਾ ਆਨਨ ਅਲਾਇਓ ਹੈ। ਪੈੜੇ ਦਾ ਭਾਵ ਹੈ ਪਹਾੜਾ। ਸੱਚੇ ਪਾਤਸ਼ਾਹ ਨੇ ਉਹ ਜਿਹੜਾ ਪਹਾੜਾ ਸਿਖਾਇਆ ਸੀ ਨਾ ਪਾਂਦੇ ਨੇ, ਮਹਾਰਾਜ ਨੇ ਸਾਰਾ ਹੀ ਬੋਲ ਕੇ ਸੁਣਾ ਦਿੱਤਾ ਮਾਤਾ ਜੀ ਨੂੰ। ਮਾਤਾ ਜੀ ਦੀ ਤੇ ਖੁਸ਼ੀ ਵਿੱਚ ਚਾਅ ਹੀ ਬੜੇ ਚੜ ਗਏ ਜੀ ਵੀ ਵਾਹ ਮੇਰਾ ਪੁੱਤਰ ਤੇ ਬੜਾ ਹੁਸ਼ਿਆਰ ਹੈ। ਹਾਂਜੀ। ਖਾਏ ਅੰਨ ਰੈਨ ਪੁੰਨ ਕੀਨੀ ਸੁਖ ਸੈਨ ਤਬ। ਤੇ ਸਾਧ ਸੰਗਤ ਜੀ ਸ਼ਾਮਾਂ ਤੋਂ ਪਹਿਲਾਂ ਹੀ ਪੈ ਗਈਆਂ ਸਨ, ਪ੍ਰਸ਼ਾਦਾ ਪਾਣੀ ਛਕਿਆ, ਰਾਤ ਜਿਹੜੀ ਹੈ ਉਹ ਇਸ ਤਰ੍ਹਾਂ ਬਤੀਤ ਕੀਤੀ ਹੈ। ਜਾਂ ਕੋ ਕਬ ਭੈ ਨਾ ਹਿਰ ਚੈਨ ਮਨ ਭਾਇਓ ਹੈ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਕਿਸੇ ਦਾ ਭੈ ਨਹੀਂ ਹੈ, ਸੱਚੇ ਪਾਤਸ਼ਾਹ ਗਰੀਬ ਨਵਾਜ ਆਪਣੇ ਮਨ ਵਿੱਚ ਬਹੁਤ ਪ੍ਰਸੰਨ ਨੇ। ਕਾਰਜ ਜੋ ਆਰੰਭਣਾ ਹੈ ਹੁਣ ਅੱਜ। ਹਾਂਜੀ। ਭਈ ਜਬ ਭੌਰ ਕਾਲੂ ਲੈ ਕੇ ਪਾਂਦੇ ਔਰ ਗਇਓ। ਅਗਲਾ ਦਿਨ ਚੜਿਆ, ਉਸੇ ਤਰ੍ਹਾਂ ਤਿਆਰ ਕੀਤਾ, ਬਸਤਰ ਪਾਏ ਤੇ ਐ ਦਸਤਾਰ ਸਜਾਈ ਹੈ, ਜੋੜਾ ਪਾਇਆ ਹੈ, ਪਿਤਾ ਜੀ ਦੀ ਉਂਗਲ ਫੜੀ ਹੈ ਤੇ ਮਹਾਰਾਜ ਪਾਂਧਾ ਜੀ ਦੇ ਕੋਲ ਚਲੇ ਗਏ। ਹਾਂਜੀ। ਸੁਨੀ ਨੁਤ ਗੌਰ ਤਾਤ ਹਿਰਦੇ ਹਰ ਖਾਇਓ ਹੈ। ਤੇ ਰਸਤੇ 'ਚ ਪੁੱਛਦੇ ਆ ਵੀ ਕੱਲ ਕੀ ਸਿਖਾਇਆ, ਤੇ ਮਹਾਰਾਜ ਦੱਸਦੇ ਆ। ਤੇ ਜਦੋਂ ਪਾਂਧਾ ਜੀ ਦੇ ਕੋਲ ਪਹੁੰਚੇ ਨਾ ਪਿਤਾ ਜੀ ਸਤਿਗੁਰੂ ਜੀ ਨੂੰ ਲੈ ਕੇ, ਤੇ ਪਾਂਧਾ ਜੀ ਕਹਿਣ ਲੱਗਾ ਮੈਂ ਤਾਂ ਕਾਲੂ ਜੀ ਤੁਹਾਡਾ ਪੁੱਤਰ ਤੇ ਬੜਾ ਹੀ ਹੁਸ਼ਿਆਰ ਹੈ, ਇਹ ਤੇ ਬੜਾ ਹੀ ਹੁਸ਼ਿਆਰ ਹੈ। ਤੇ ਫਿਰ ਪਿਤਾ ਜੀ ਬੜੇ ਖੁਸ਼ ਹੋਏ ਜੀ। ਕਿਹੜਾ ਪਿਤਾ ਸਾਧ ਸੰਗਤ ਜਿਹੜਾ ਪੁੱਤਰ ਦੀ ਸਿਫਤ ਸੁਣ ਕੇ ਨਹੀਂ ਖੁਸ਼ ਹੁੰਦਾ ਜੀ। ਹਾਂਜੀ। ਪਾਂਦੇ ਨੇ ਹਕਾਰ ਲੀਨ ਬਾਲਨ ਤੇ ਜੁਦਾ ਕੀਨ। ਤੇ ਬਸ ਫਿਰ ਕੀ ਸੀ, ਪਿਤਾ ਜੀ ਕਹਿਣ ਲੱਗੇ ਤੁਸੀਂ ਵਿਸ਼ੇਸ਼ ਧਿਆਨ ਦੇ ਕੇ ਪੜ੍ਹਾਓ ਮੇਰੇ ਪੁੱਤਰ ਨੂੰ। ਬਾਕੀ ਬਾਲਕ ਹੋਰ ਪੜ੍ਹਨ ਲੱਗ ਪਏ ਤੇ ਪਾਂਧਾ ਜੀ ਨੇ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਲਾਗੇ ਵੱਖਰਿਆਂ ਕਰਕੇ ਬਿਠਾ ਲਿਆ। ਲੇਖੇ ਹੂੰ ਕੀ ਸੀਖ ਦੀਨ ਨਾਨਕ ਸੁਜਾਨ ਕੋ। ਸੁਜਾਨ ਸਿਆਣੇ ਮਾਲਕ ਪਰਮੇਸ਼ਰ ਸੱਚੇ ਪਾਤਸ਼ਾਹ ਉਹਨਾਂ ਨੂੰ ਹੁਣ ਲੇਖੇ ਦੀ ਸਿੱਖਿਆ ਦੇਣੀ ਸ਼ੁਰੂ ਕੀਤੀ ਜੀ। ਹਾਂਜੀ। ਤੂੰ ਸਨੀਕ ਭਏ ਪਾਦਾ ਬਾਰ ਬਾਰ ਕਹੇ ਬਚ। ਉਹ ਪਾਂਧਾ ਬਾਰ-ਬਾਰ ਕਵੇ ਵੀ ਬੋਲੋ ਮੇਰੇ ਮਗਰ ਮਗਰ ਬੋਲੋ, ਤੇ ਮਹਾਰਾਜ ਮੋਹ ਨਹੀਂ ਧਾਰ ਲਿਆ ਫਿਰ ਜੀ। ਬੋਲੇ ਹੀ ਕੁਝ ਨਹੀਂ, ਗੱਜ ਕੇ ਆਖੋ ਬੋਲੇ ਹੀ ਕੁਝ ਨਹੀਂ। ਉਹ ਬਾਰ-ਬਾਰ ਕਵੇ ਵੀ ਬੋਲੋ, ਕੁਛ ਨਾ ਕੁਛ ਬੋਲੋ, ਜੋ ਮੈਂ ਕਹਿ ਰਿਹਾ ਬੋਲੋ। ਤੇ ਮਹਾਰਾਜ ਕੁਝ ਨਹੀਂ ਬੋਲਦੇ ਸੱਚੇ ਪਾਤਸ਼ਾਹ। ਹਾਂਜੀ। ਕੈਸੇ ਤੂੰ ਨਾ ਬੋਲੇ ਅੱਜ ਸੁਨੇ ਦੇ ਨਾ ਕਾਨ ਕੋ। ਤੇ ਉਹ ਫਿਰ ਤਾੜਨਾ ਚ ਕਹਿੰਦੇ ਕੰਨ ਦੇ ਕੇ ਨਹੀਂ ਸੁਣ ਰਹੇ, ਧਿਆਨ ਨਾਲ ਨਹੀਂ ਸੁਣ ਰਹੇ, ਅੱਜ ਕਿਉਂ ਨਹੀਂ ਤੁਸੀਂ ਬੋਲ ਰਹੇ ਉਹ ਗੱਲ ਸਾਰੀ। ਹਾਂਜੀ। ਭਲੀ ਬਿਦ ਕਾਲ ਪੈੜੇ ਪੜਿਓ ਤੂੰ ਵਿਸਾਲ ਸਭ। ਕੱਲ ਤੇ ਬੜਾ ਵਧੀਆ ਸਾਰਾ ਕੁਝ ਹੀ ਪੜ੍ਹ ਕੇ ਸੁਣਾਇਆ ਵਾਹਿਗੁਰੂ। ਕੱਲ ਤੇ ਬੜਾ ਵਧੀਆ ਸਭ ਕੁਝ ਬੋਲ ਬੋਲ ਕੇ ਸੁਣਾ ਦਿੱਤਾ ਸੀਗਾ। ਹਾਂਜੀ। ਤੈਸੇ ਅਬ ਪੜੋ ਹੇਰੋ ਔਰ ਲਰਕਾਨ ਕੋ। ਤੇ ਵੇਖੋ ਦੂਜੇ ਲੜਕੇ ਕਿਵੇਂ ਪੜ੍ਹ ਰਹੇ ਆ, ਤੁਸੀਂ ਵੀ ਉਵੇਂ ਪੜੋ। ਕੱਲ ਵਾਂਗੂ ਪੜ੍ਹ ਕੇ ਮੇਰੇ ਮਗਰ ਮਗਰ ਬੋਲ ਕੇ ਮੈਨੂੰ ਦੱਸੋ, ਕੱਲ ਵਾਂਗੂ ਪੜ੍ਹਾਈ ਕਰੋ। ਹੋਵੇਂ ਵੱਡੋ ਜਬ ਪੜਿਓ ਕਾਜ ਆਵੇ ਤਬ ਆ। ਹੁਣ ਇੱਥੋਂ ਮਹਾਰਾਜ ਨੇ ਫੜ ਲੈਣਾ ਜੀ ਇਹਨੂੰ। ਗੱਜ ਕੇ ਆਖੋ ਸੰਗਤ ਜੀ, ਗੱਜ ਕੇ। ਪਤਾ ਪਾਂਧਾ ਜੀ ਮਹਾਰਾਜ ਨੂੰ ਕੀ ਕਹਿਣ ਲੱਗੇ। ਮਹਾਰਾਜ ਬੈਠੇ ਬੋਲ ਹੀ ਨਹੀਂ ਰਹੇ ਕੁਝ। ਤੇ ਕਹਿੰਦੇ ਆ ਹੋਵੇ ਵੱਡੋ ਜਬ ਪੜਿਓ ਕਾਜ ਆਵੇ ਤਬ। ਕਹਿਣ ਲੱਗਾ ਪੜ੍ਹ ਲਓ, ਵੱਡੇ ਹੋਵੋਗੇ ਤੇ ਕੰਮ ਆਏਗਾ ਸਾਰਾ ਕੁਝ। ਇਹ ਕੰਮ ਆਉਣਾ ਤੁਹਾਡੇ ਸਾਰਾ ਕੁਝ।
ਹਾਂਜੀ। ਅਬ ਖੇਲਣ ਮੈਂ ਜਿਉ ਤੇਰੋ ਖਾਏ ਸ਼ੂਸ਼ ਕਾਨ ਕੋ। ਫਿਰ ਥੋੜਾ ਜਿਹਾ ਉਹ ਮਾਸਟਰਾਂ ਵਾਲੀ ਬੋਲੀ ਵੀ ਬੋਲੀ ਦੀ ਉਹਨਾਂ ਨੇ ਜੀ, ਸੱਚੇ ਪਾਤਸ਼ਾਹ ਜੀ ਨਾਲ ਜੀ। ਹਾਂਜੀ। ਸੁਨ ਸਰੋਨਨ ਬੈਨਾ ਅਨੁਕੰਕੰ ਪੈਨਾ। ਤੇ ਫਿਰ ਨਾ ਜੀ ਜਦੋਂ ਮਹਾਰਾਜ ਨੂੰ ਜ਼ੋਰ ਦੇ ਕੇ ਕਿਹਾ ਨਾ ਪੜੋ, ਬੋਲੋ ਬੋਲੋ ਬੋਲੋ, ਤੇ ਸੁਨ ਸ਼ਰੋਨਨ ਬੈਨਾ ਅਨੁਕੰਕ ਪੈਨਾ, ਅਨੁਕੰਪਾ ਦੇ ਘਰ, ਕਿਰਪਾ ਦੇ ਘਰ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਦੀ ਗੱਲ ਸੁਣ ਕੇ ਨਾ ਪਾਂਧਾ ਜੀ ਦੀ ਆਪਣੇ ਮੁਖੋਂ ਬੋਲਣ ਲੱਗੇ। ਹਾਂਜੀ। ਬਾਣੀ ਭਨੀ ਰਸਾਲ। ਐ ਰਸਦਾਇਕ ਬਚਨ ਮਹਾਰਾਜ ਸੱਚੇ ਪਾਤਸ਼ਾਹ ਕਰਨ ਲੱਗੇ ਆ। ਕਿਆ ਆਪ ਪੜੇ ਤੁਮ ਹਾਂਜੀ। ਕਰਹੁ ਨਿਜ ਸਮ ਕੈ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਕਿਆ ਆਪ ਪੜੇ ਤੁਮ ਕਰਹੁ ਨਿਜ ਸਮ। ਮਹਾਰਾਜ ਕਹਿਣ ਲੱਗੇ ਤੁਸੀਂ ਕੀ ਪੜੇ ਹੋ, ਤੁਸੀਂ ਕੀ ਪੜੇ ਹੋ, ਮੈਨੂੰ ਆਪਣੇ ਬਰਾਬਰ ਕਰਨਾ ਚਾਹੁੰਦੇ ਹੋ, ਕਹਿਣ ਲੱਗੇ। ਹਾਂਜੀ। ਕਹਿ ਲਾਹਾ ਲੈ ਸਾਲ। ਕਹਿ ਲਾਹਾ ਲੈ ਸਾਲ। ਮਹਾਰਾਜ ਕਹਿਣ ਲੱਗੇ ਤੁਸੀਂ ਕਹਿੰਦੇ ਹੋ ਲਾਹਾ ਮਿਲੇਗਾ, ਲਾਭ ਮਿਲੇਗਾ। ਮਹਾਰਾਜ ਕਹਿਣ ਲੱਗੇ ਅਸਲ ਵਿੱਚ ਮੈਨੂੰ ਆਪਣੇ ਵਰਗਾ ਕਰਕੇ ਤੁਹਾਨੂੰ ਲਾਭ ਮਿਲਣਾ, ਕਹਿਣ ਲੱਗੇ ਧਨ ਮਿਲਣਾ, ਕਹਿਣ ਲੱਗੇ। ਉਹ ਹੈਰਾਨ ਹੀ ਹੋ ਗਿਆ ਵੀ ਇਹਨਾਂ ਨੇ ਕਿੱਧਰੋਂ ਗੱਲ ਸ਼ੁਰੂ ਕਰ ਦਿੱਤੀ ਜੀ। ਹਾਂਜੀ। ਸੇ ਮੁਖੀ ਵਸੇਖਾ ਕੋ ਪਲ ਲੇਖਾ। ਮਹਾਰਾਜ ਕਹਿਣ ਲੱਗੇ ਜਿਹੜਾ ਮੁਖੀ ਲੇਖਾ ਹੈ, ਵਿਸ਼ੇਸ਼ ਲੇਖਾ ਹੈ, ਜਿਹਨੂੰ ਭਲਾ ਲੇਖਾ ਕਹਿੰਦੇ ਆ। ਲੇਖੇ ਦਾ ਭਾਵ ਇੱਥੇ ਸਾਧ ਸੰਗਤ ਜੀ ਵਿਦਿਆ ਹੈ, ਜਿਹੜੀ ਅਸਲ ਵਿਦਿਆ ਮਹਾਰਾਜ ਕਹਿਣ ਲੱਗੇ। ਹਾਂਜੀ। ਪਾਂਦਾ ਮੋਹਿ ਬਤਾਏ। ਮੈਨੂੰ ਉਹ ਵਿਦਿਆ ਦੱਸੋ, ਕਹਿਣ ਲੱਗੇ। ਉਹ ਵਿਦਿਆ ਦੱਸੋ ਜਿਹੜੀ ਵਧੀਆ ਵਧੀਆ ਵਿਦਿਆ ਨਾ, ਕਹਿਣ ਲੱਗੇ ਅਸਲੀ ਵਿਦਿਆ ਜਿਹੜੀ, ਉਹ ਦੱਸੋ, ਕਹਿਣ ਲੱਗੇ। ਹਾਂਜੀ। ਇਉ ਉੱਤਰ ਦੀਜੇ ਮਨ ਸਮਝੀਜੇ। ਉੱਤਰ ਦਿਓ ਪਰ ਸੋਚ ਕੇ ਦਿਓ, ਮਹਾਰਾਜ ਕਹਿਣ ਲੱਗੇ। ਆਪਣੇ ਮਨ 'ਚ ਸਮਝ ਕੇ ਵਿਚਾਰ ਕੇ ਫਿਰ ਬੋਲਿਓ, ਕਹਿਣ ਲੱਗੇ। ਉਹ ਵਿਦਿਆ ਦੱਸੋ ਜਿਹੜੀ ਅਸਲ ਵਿਦਿਆ ਹੈ, ਜਿਹੜੀ ਲਾਹੇ ਵਾਲੀ ਵਿਦਿਆ ਹੈ, ਜਿਹੜੀ ਭਲੇ ਵਾਲੀ ਵਿਦਿਆ ਹੈ। ਹਾਂਜੀ। ਪੀਛੇ ਮੁਝੇ ਪੜਾਏ। ਪਹਿਲਾਂ ਇਹ ਵਿਚਾਰ ਕਰੋ ਅਸਲੀ ਵਿਦਿਆ ਕਿਹੜੀ ਹੈ, ਲਾਹੇ ਵਾਲੀ ਵਿਦਿਆ ਕਿਹੜੀ ਹੈ, ਸਮਝ ਕੇ ਮੈਨੂੰ ਉੱਤਰ ਦਿਓ, ਤੇ ਜਦੋਂ ਸਮਝ ਆਏਗੀ ਫਿਰ ਮੈਨੂੰ ਪੜਾਇਓ, ਮਹਾਰਾਜ ਕਹਿਣ ਲੱਗੇ। ਸਾਧ ਸੰਗਤ ਜੀ, ਅੱਜ ਤੱਕ ਪਾਂਧੇ ਨੇ ਕਿਸੇ ਬਾਲਕ ਦੇ ਮੁਖੋਂ ਐਸੀਆਂ ਗੱਲਾਂ ਨਹੀਂ ਸੀ ਸੁਣੀਆਂ ਜੀ, ਕਿਸੇ ਦੇ ਮੁਖੋਂ ਨਹੀਂ ਸੀ ਸੁਣੀਆਂ। ਹਾਂਜੀ। ਹੋਏ ਪਾਦਾ ਬਿਸਮੈ ਅਦਭੁਤ ਰਸਮੈ। ਉਹ ਤੇ ਹੈਰਾਨ ਹੀ ਹੋ ਗਿਆ ਪਾਂਧਾ, ਪਰ ਨਾਲ ਅਦਭੁਤ ਰਸਮੈ, ਅਦਭੁਤ ਰਸ ਵਿੱਚ ਚਲੇ ਗਿਆ। ਭਾਵ ਤੁਸੀਂ ਸੁਣਿਆ ਨਾ ਬਾਨੀ ਭਨੀ ਰਸਾਲ, ਮਹਾਰਾਜ ਜੀ ਦੇ ਬਚਨਾਂ 'ਚ ਰਸ ਇੰਨਾ ਸੀ। ਭਾਵੇਂ ਮਹਾਰਾਜ ਨੇ ਪਾਂਧੇ ਨੂੰ ਸਵਾਲ ਪਾਇਆ ਸੀ, ਪਰ ਪਾਂਧੇ ਨੂੰ ਸਵਾਲ ਸੁਣ ਕੇ ਵੀ ਰਸ ਆ ਰਿਹਾ ਸੀਗਾ ਜੀ। ਹਾਂਜੀ। ਆਨਨ ਬਚਨ ਅਲਾਏ। ਉਹਨੇ ਆਪਣੇ ਮੁਖੋਂ ਇਹ ਬਚਨ ਕੀਤਾ, ਗੱਲ ਕੀਤੀ, ਮਹਾਰਾਜ ਨੂੰ ਕਹਿਣ ਲੱਗਾ। ਸਭ ਜਾਨੋ ਗਿਣਤੀ ਅਵਨੀ ਮਿਨਤੀ। ਕਹਿਣ ਲੱਗਾ ਵਿਦਿਆ ਲੇਖਾ ਮੈਂ ਤੁਹਾਨੂੰ ਦੱਸ ਦੇਣਾ, ਮੈਨੂੰ ਸਾਰੀ ਗਿਣਤੀ ਆਉਂਦੀ ਹੈ। ਧਰਤੀ ਨੂੰ ਮਿਲਣਾ ਕਿਵੇਂ ਹੈ, ਇਹ ਵੀ ਵਿਦਿਆ ਮੈਨੂੰ ਆਉਂਦੀ ਹੈ, ਪਾਂਧਾ ਕਹਿਣ ਲੱਗਾ। ਹਾਂਜੀ। ਡੋਡੇ ਗਣਨ ਸਵਾਏ। ਗੱਜ ਕੇ ਆਖੋ, ਗੱਜ ਕੇ। ਤੇ ਡਿਓੜੇ ਦੇ ਤੇ ਸਵਾਏ ਦੇ ਪਹਾੜੇ ਆਉਂਦੇ ਆ ਮੈਨੂੰ ਜੀ। ਹਾਂਜੀ। ਇਹ ਅੱਜ ਜਿਹੜੀ ਸਾਡੀ ਪੀੜ੍ਹੀ ਹੈ, ਅਸੀਂ ਤਾਂ 1-2 ਵਾਲੇ ਪੜ੍ਹੇ ਆ। ਡੋਡੇ ਦੇ ਤੇ ਸਵਾਏ ਦੇ ਪਹਾੜੇ ਤੇ ਬਜ਼ੁਰਗਾਂ ਨੇ ਪੜ੍ਹੇ ਆ ਜੀ। ਉਹ ਕਹਿਣ ਲੱਗਾ ਮੈਨੂੰ ਉਹ ਵੀ ਆਉਂਦੇ ਆ। ਹਾਂਜੀ। ਧੌਂਚੇ ਪੁਨ ਊਂਠੇ ਜੋਰਨ ਕੋਠੇ। ਧੌਂਚੇ 4.5 ਨੂੰ ਕਹਿੰਦੇ ਆ, ਤੇ ਊਂਠੇ 3.5 ਨੂੰ ਕਹਿੰਦੇ ਆ। ਕਹਿੰਦਾ ਮੈਨੂੰ 4.5 ਦਾ ਪਹਾੜਾ ਵੀ ਆਉਂਦਾ ਹੈ, ਮੈਨੂੰ 3.5 ਦਾ ਵੀ ਆਉਂਦਾ ਹੈ। ਤੇ ਜੋਰਨ ਕੋਠੇ, ਇਮਾਰਤਾਂ ਦਾ ਕੰਮ, ਕੋਠੇ ਜੋੜਨੇ ਬਣਾਉਣੇ, ਇਹ ਵੀ ਆਉਂਦਾ ਹੈ।
ਗ੍ਰਾਮ ਕਾਰ ਪਟਵਾਰ। ਤੇ ਪਿੰਡਾਂ ਦਾ ਪਟਵਾਰੀ ਦਾ ਕੰਮ ਜਿਹੜਾ ਉਹ ਵੀ ਜਾਣਦਾ ਆ ਕਹਿਣ ਲੱਗੇ। ਹਾਂਜੀ, ਜਿਸ ਕੇ ਅਨਸਾਰੀ ਰੋਜੀ ਥਾਰੀ। ਤੇ ਇਹ ਸਾਰੀ ਵਿੱਦਿਆ ਮੈਨੂੰ ਆਉਂਦੀ ਆ ਤੇ ਇਹਦੇ ਅਨੁਸਾਰ ਹੀ ਤੁਹਾਡੀ ਰੋਜੀ ਚੱਲਣੀ ਹੈ ਕਹਿਣ ਲੱਗਾ। ਇਹਦੇ ਅਨੁਸਾਰ ਹੀ ਚੱਲਣੀ ਹੈ। ਉਹ ਪਹਾੜੇ ਆਉਂਦੇ ਹੋਣਗੇ, ਧਰਤੀ ਮਿੰਨਣੀ ਆਉਂਦੀ ਹੋਏਗੀ, ਕੋਠੇ ਜੋੜਨੇ ਆਉਂਦੇ ਹੋਣਗੇ, ਪਟਵਾਰੀ ਦਾ ਸਾਰਾ ਕੰਮ ਆਉਂਦਾ ਹੋਏਗਾ, ਤਾਈਓ ਰੋਜੀ ਚੱਲੇਗੀ ਨਾ। ਹਾਂਜੀ, ਪੜੋ ਨਾ ਕਿਉਂ ਹਿਤ ਧਾਰ। ਤੇ ਕਹਿਣ ਲੱਗੇ ਫਿਰ ਕਿਉਂ ਨਹੀਂ ਹਿੱਤ ਧਾਰ ਕੇ ਪੜ੍ਹਦੇ, ਭਾਵ ਧਿਆਨ ਦੇ ਕੇ ਪੜੋ, ਮੈਂ ਇਹ ਸਾਰੀ ਵਿੱਦਿਆ ਹੀ ਜਾਣਦਾ ਹਾਂ। ਹਾਂਜੀ, ਇਨ ਬਿਦ ਜੀ ਬਾਦਾ ਸੁਨ ਸੁਰਤ ਪਾਦਾ। ਤੇ ਮਹਾਰਾਜ ਨੇ ਫਿਰ ਅੱਗੋਂ ਹੋਰ ਕਮਾਲ ਦਾ ਬਚਨ ਕਿਹਾ। ਜਦੋਂ ਉਹਨੇ ਦੱਸਿਆ ਡੋਡੇ ਦਿਓੜੇ ਦੇ, ਸਵਾਏ ਦੇ, ਧੌਂਚੇ ਦੇ, ਊਂਠੇ ਦੇ ਪਹਾੜੇ ਦੱਸੇ ਹੈ, ਤੇ ਮਹਾਰਾਜ ਕਹਿਣ ਲੱਗੇ ਪਾਂਧਾ ਜੀ ਇਹਨਾਂ ਵਿੱਚ ਪੈ ਕੇ ਤੇ ਬੰਦਾ ਬੰਧਨਾਂ 'ਚ ਪੈ ਜਾਂਦਾ ਹੈ। ਇਹਨਾਂ ਨੂੰ ਪੜ੍ਹ ਕੇ ਤੇ ਬੰਧਨਾਂ 'ਚ ਪੈ ਜਾਂਦਾ। ਇਨ ਬਿਦ ਜੀ ਬਾਧਾ ਸੁਨ ਛੁਤ ਪਾਂਧਾ। ਮਹਾਰਾਜ ਕਹਿੰਦੇ ਸੁਣੋ, ਇਹਨਾਂ ਨੂੰ ਪੜ੍ਹ ਕੇ ਤੇ ਬੰਧਨ ਪੈ ਜਾਂਦੇ ਆ ਜੀਵ ਨੂੰ। ਅੱਜ ਤੱਕ ਪਾਂਧਾ ਜੀ ਨੂੰ ਕਿਸੇ ਨੇ ਇਹ ਨਹੀਂ ਸੀ ਕਿਹਾ ਵੀ ਜੀਵ ਨੂੰ ਬੰਧਨ ਪੈਂਦੇ ਆ, ਕਿਸੇ ਬਾਲਕ ਨੇ ਨਹੀਂ ਸੀ ਕਿਹਾ ਜੀ। ਹਾਂਜੀ, ਫਾਹੇ ਪਰਨ ਅਪਾਰ। ਮਹਾਰਾਜ ਕਹਿਣ ਲੱਗੇ ਅਪਾਰ ਹੀ ਫਾਈਆਂ ਪੈਂਦੀਆਂ, ਫਿਰ ਪਤਾ ਹੀ ਨਹੀਂ ਕਿੰਨੇ ਕੁ ਬੰਧਨ ਪੈ ਜਾਂਦੇ ਆ। ਹਾਂਜੀ, ਇਹ ਕਾਜ ਨ ਆਵੇ ਜਬ ਦੁਖ ਪਾਵੇ, ਹੋਤ ਨਹੀਂ ਛੁਟਕਾਰ। ਸਭ ਬੈਸ ਬਿਹਾਵੇ ਪੁਨ ਪਛਤਾਵੇ, ਜਬ ਜਾਵੇ ਜਮ ਦਵਾਰ। ਇਹ ਲੇਖਾ ਗਾਹੇ ਛੁਟਿਓ ਜੇ ਚਾਹੇ, ਜੋ ਮੈਂ ਕਰੂੰ ਉਚਾਰ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਬਚਨ ਦੱਸੇ। ਆਪਾਂ ਅਗਲੀ ਵਾਰੀ ਸਾਰੇ ਅੱਖਰੀ ਅਰਥ ਸੁਣ ਲਾਂਗੇ। ਜਿਵੇਂ ਮਹਾਰਾਜ ਗਰੀਬ ਨਵਾਜ ਦੱਸਦੇ ਵੀ ਇਹ ਪੜ੍ਹਾਈ ਪੜ੍ਹ ਕੇ ਤੇ ਬੰਦਾ ਬੰਧਨਾਂ 'ਚ ਪੈਂਦਾ, ਦੁਖੀ ਹੁੰਦਾ। ਜਦੋਂ ਦੂਜੇ ਦੁੱਖ ਮਿਲਦੇ ਨਾ, ਮਹਾਰਾਜ ਕਹਿੰਦੇ ਉਦੋਂ ਫਿਰ ਆਹ ਪੜ੍ਹਾਈ ਨਹੀਂ ਕੰਮ ਆਉਣੀ। ਤੇ ਮੁਕਤ ਹੋਣ ਵਾਲੀ ਵਿੱਦਿਆ ਮਹਾਰਾਜ ਕਹਿੰਦੇ ਮੈਂ ਉਚਾਰਦਾ, ਪਾਂਧਾ ਜੀ ਉਹ ਸੁਣੋ ਕਹਿਣ ਲੱਗੇ। ਤੇ ਪਾਂਧਾ ਜੀ ਹੈਰਾਨ। ਸੋ ਇਹ ਪ੍ਰਸੰਗ ਆਪਾਂ ਅਗਲੇ ਦਿਨਾਂ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਹੁਣ ਆਪਾਂ ਸਾਰਿਆਂ ਨੇ ਸਤਿਕਾਰਯੋਗ ਬਾਬਾ ਜੀ ਦੇ ਪਾਸੋਂ ਸਤਿਗੁਰੂ ਜੀ ਦੀ ਬਾਣੀ ਦਾ ਲਾਹਾ ਪ੍ਰਾਪਤ ਕਰਨਾ। ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ।